ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਪਰੁਣ ਕੌਰ ਮਾਨ। ਪ੍ਰੋਗਰਾਮ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਹਾਂ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਸੰਜੀਵ, ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕੈਨੇਡਾ ਪਹੁੰਚ ਗਏ ਹੋ ਤੇ ਜਾਂ ਫਿਰ ਮਤਲਬ ਕਿ ਕੈਨੇਡਾ ਦੀ ਤਿਆਰੀ ਤੁਹਾਡੀ ਪੂਰੀ ਹੈਗੀ ਆ, ਠੀਕ ਆ, ਤੇ ਉੱਥੇ ਪਹੁੰਚਣ ਤੋਂ ਬਾਅਦ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਤੁਹਾਡਾ ਕਰੋਨਾ ਟੈਸਟ ਹੋਣਾ $300 ਦੇ ਵਿੱਚ। ਤੁਹਾਡਾ ਕੀ ਰਿਐਕਸ਼ਨ ਹੋਏਗਾ? ਮੇਰਾ ਖਿਆਲ ਜਿੰਨਾ ਮੇਰਾ ਯਾਤਰਾ ਤੇ ਖਰਚਾ ਹੋਏਗਾ ਉਸ ਤੋਂ ਵੱਧ ਤਾਂ ਕਰੋਨਾ ਟੈਸਟ ਤੇ ਹੋ ਜਾਣਾ। ਸੋ ਮੈਨੂੰ ਕਿੱਦਾਂ ਫੀਲ ਹੋ ਸਕਦਾ? ਝਟਕਾ ਹੀ ਲੱਗਣਾ ਹੈ। ਉਹਨੇ ਝਟਕੇ ਤਾਂ ਹਵਾਈ ਜਹਾਜ਼ ਦੇ ਵਿੱਚ ਬਹਿ ਕੇ ਨਹੀਂ ਲੱਗਦੇ ਜਿੰਨਾ ਕਰੋਨਾ ਟੈਸਟ ਦਾ ਨਾਂ ਸੁਣ ਕੇ ਲੱਗੇਗਾ, ਕਿਉਂਕਿ $300 ਬਹੁਤ ਜ਼ਿਆਦਾ ਨੇ। ਹਾਲਾਂਕਿ ਅਮਰੀਕਨ ਜੋ ਗਵਰਨਮੈਂਟ ਹੈ ਉਹਨਾਂ ਨੇ $20 ਵਾਲਾ ਵੀ ਪ੍ਰਵਾਨ ਕੀਤਾ ਹੋਇਆ ਹੈ, ਪਰ ਕੈਨੇਡਾ ਦਾ $300 ਦਾ ਹੈ। ਕਾਫੀ ਐਕਸਪੈਂਸਿਵ ਹੈ ਸਾਡੇ ਵਾਸਤੇ। ਜੀ ਬਿਲਕੁਲ, ਜੇ ਤੁਸੀਂ ਕੈਨੇਡਾ ਦੀ ਧਰਤੀ ਤੇ ਹੋ ਤੇ ਤੁਹਾਨੂੰ ਝਟਕਾ ਲੱਗ ਰਿਹਾ, ਬਹੁਤ ਸਾਰੇ ਮੁਸਾਫਰਾਂ ਨੂੰ ਝਟਕਾ ਲੱਗ ਰਿਹਾ ਕੈਨੇਡਾ ਦੀ ਧਰਤੀ ਤੇ ਪਹੁੰਚ ਕੇ, ਕਿਉਂਕਿ ਕਰੋਨਾ ਟੈਸਟ $300 ਦਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਰਕਮ ਹੈ। ਕਿਉਂਕਿ ਲੋਕਾਂ ਦਾ ਸਫ਼ਰ ਤੇ ਖਰਚ ਆਉਂਦਾ ਹੈ, ਹੋਰ ਚੀਜ਼ਾਂ ਤੇ ਖਰਚ ਆਉਂਦਾ ਹੈ, ਤੇ ਪੰਜਾਬੀਆਂ ਨੂੰ ਤਾਂ $300 ਸੁਣ ਕੇ ਉਦੋਂ ਹੀ ਅਟੈਕ ਆਉਣ ਵਾਲੀ ਸਥਿਤੀ ਹੋ ਜਾਣੀ ਹੈ। ਗੱਲ ਸਿਰਫ ਇਹ ਹੈ ਕਿ ਜਿਨ੍ਹਾਂ ਨੇ ਵੈਕਸੀਨ ਲਗਵਾਈ ਹੋਈ ਹੈ, ਦੋਵੇਂ ਟੀਕੇ ਲਗਵਾਏ ਹੋਏ ਨੇ, ਕਿਹਾ ਜਾ ਰਿਹਾ ਕਿ ਉਹਨਾਂ ਵਾਸਤੇ ਤਾਂ ਕਮ ਸੇ ਕਮ ਰਾਹਤ ਮਿਲਣੀ ਚਾਹੀਦੀ ਹੈ, ਨਹੀਂ ਤਾਂ ਫਿਰ ਉਹ ਟੀਕੇ ਲਗਵਾਉਣ ਦਾ ਕੀ ਮਤਲਬ ਨਿਕਲਿਆ। ਦੂਸਰੀ ਗੱਲ ਇਹ ਕਹੀ ਜਾ ਰਹੀ ਹੈ ਕਿ ਜੇ ਤੁਸੀਂ ਟੀਕੇ ਲਗਵਾਏ ਵੀ ਨੇ, ਤੁਹਾਡੀ ਇੱਕ ਰਿਪੋਰਟ ਨੈਗੇਟਿਵ ਰਿਪੋਰਟ ਵੀ ਹੋਵੇ, ਪਰ ਉਹ 72 ਘੰਟੇ ਤੋਂ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ, ਬਿਲਕੁਲ, ਤਾਂ ਕਿ ਉਹਨੂੰ ਮਾਨਤਾ ਦਿੱਤੀ ਜਾ ਸਕੇ, ਤਾਂ ਉਸ ਨੂੰ ਆਥੈਂਟਿਕ ਮੰਨਿਆ ਜਾਏਗਾ, ਨਹੀਂ ਤਾਂ $300 ਖਰਚਣੇ ਪੈਣਗੇ। ਤੇ ਦੂਸਰੀ ਖਬਰ ਹੈ, ਜੁੜੀ ਤਾਂ ਟਰੈਵਲਿੰਗ ਦੇ ਨਾਲ ਹੀ ਹੈ, ਪਰ ਇੰਡੀਆ ਦੇ ਨਾਲ ਜੁੜੀ ਹੋਈ ਹੈ। 30 ਨਵੰਬਰ ਤੱਕ ਭਾਰਤ ਦੇ ਵੱਲੋਂ ਕੌਮਾਂਤਰੀ ਉਡਾਣਾਂ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ। ਹਾਲਾਂਕਿ ਅਮਰੀਕਾ, UK, ਕੈਨੇਡਾ, ਇਹਨਾਂ ਕੁਝ ਕੰਟਰੀਜ਼ ਦੇ ਲਈ ਜਿਹੜੀਆਂ ਯਾਤਰਾ ਨਿਯਮਾਂ ਦੇ ਵਿੱਚ ਢਿੱਲ ਰਹੇਗੀ, ਪਰ ਜ਼ਿਆਦਾਤਰ ਬਾਕੀ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੇ ਲਈ 30 ਨਵੰਬਰ ਤੱਕ ਇਹ ਬੈਨ ਲਗਾ ਦਿੱਤਾ, ਜਿਸ ਤੋਂ ਬਾਅਦ ਫਿਰ ਤੋਂ ਇੱਕ ਵਾਰੀ ਲੋਕਾਂ ਦੇ ਵਿੱਚ ਨਿਰਾਸ਼ਾ ਤਾਂ ਹੋਣੀ ਹੈ, ਕਿਉਂਕਿ ਮਹਾਮਾਰੀ ਤੋਂ ਬਾਅਦ ਅਸੀਂ ਸੋਚ ਰਹੇ ਸੀ ਕਿ ਫਿਰ ਤੋਂ ਸਾਰਾ ਮਾਹੌਲ ਪਹਿਲਾਂ ਮੱਕਣ ਖੁੱਲੇਗਾ, ਪਰ ਨਹੀਂ ਹੋ ਪਾ ਰਿਹਾ। ਨਿਰਾਸ਼ਾ ਤਾਂ ਹੋਣੀ ਹੈ, ਕਿਉਂਕਿ ਇਹਦਾ ਸਭ ਤੋਂ ਜ਼ਿਆਦਾ ਇਫੈਕਟ ਜਿੱਥੇ ਸਾਡੀਆਂ ਰਿਸ਼ਤੇਦਾਰੀਆਂ ਤੇ ਹੋ ਰਿਹਾ ਹੈ, ਜਿਸ ਤੇ ਸਾਡੇ ਰਿਲੇਸ਼ਨਸ ਤੇ ਹੋ ਰਿਹਾ ਹੈ। ਕਮਿਊਨੀਕੇਸ਼ਨ ਕਿੱਦਾਂ ਹੋ ਰਿਹਾ ਹੈ? ਅਸੀਂ ਜ਼ਿਆਦਾਤਰ ਫੋਨ ਤੇ ਕਮਿਊਨੀਕੇਟ ਕਰਦੇ ਹਾਂ, ਪਰ ਸਭ ਤੋਂ ਜ਼ਿਆਦਾ ਮਾਰ ਪਈ ਹੈ ਇਕਨੋਮੀ ਨੂੰ। ਕਿਸੇ ਦੇਸ਼ ਦੀ ਵੀ ਲਗਾ ਸਕਦੇ ਹੋ, ਪੂਰੀ ਦੁਨੀਆ ਦੀ ਵੀ ਲਗਾ ਸਕਦੇ ਹੋ। ਪੂਰੀ ਦੁਨੀਆ ਦੀ ਜਿਹੜੀ GDP ਹੈ ਉਹ ਕਾਫੀ ਡਾਊਨ ਗਈ ਹੈ। ਤਾਂ ਕੀ ਹੈ ਕਿ ਜਿਹੜਾ ਸਟੈਂਡਰਡ ਆਫ ਲਿਵਿੰਗ ਹੈ ਲੋਕਾਂ ਦਾ, ਇਸ ਵਕਤ ਉਸ ਦਾ ਸਟੇਟਸ ਬਿਲਕੁਲ ਖੇਰੂ ਹੋ ਗਿਆ ਹੈ, ਖਿੰਡ ਗਿਆ ਹੈ, ਕੁਝ ਨਹੀਂ ਪਤਾ ਲੱਗ ਰਿਹਾ। ਹਾਂ, ਜਿਨ੍ਹਾਂ ਕੋਲ ਹੈ ਪਹਿਲਾਂ ਦਾ ਕਮਾਇਆ ਹੋਇਆ, ਉਹ ਕੁਝ ਮੇਨਟੇਨ ਕਰ ਪਾ ਰਹੇ ਨੇ, ਪਰ ਜਿਹੜੇ ਰੋਜ਼ ਦੇ ਕਮਾਉਣ ਵਾਲੇ ਨੇ ਜਾਂ ਪ੍ਰੋਫੈਸ਼ਨਲਸ ਨੇ ਜਾਂ ਸੈਲਰੀ ਬੇਸ ਨੇ, ਮਤਲਬ ਉਹਨਾਂ ਦੀ ਜੋ ਹਾਲਤ ਹੈ ਬੜੀ ਮਾੜੀ, ਬੜੀ ਪਤਲੀ ਹਾਲਤ ਹੋ ਚੁੱਕੀ ਹੈ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜਿਉਂ ਇਹ ਟਰਾਂਸਪੋਰਟ ਖੁੱਲ੍ਹੇਗੀ, ਚਾਹੇ 에ਅਰ ਟਰਾਂਸਪੋਰਟ ਹੈ, ਜਿਉਂ ਖੁੱਲ੍ਹੇਗੀ ਤਿਉਂ ਬਿਜ਼ਨਸ ਵਧੇਗਾ, ਤਿਉਂ ਇਕਨੋਮੀ ਫਾਇਦਾ ਹੋਏਗਾ। ਕੁੱਲ ਮਿਲਾ ਕੇ ਇਹ ਸਾਰੇ ਦੀ ਸਾਰੀ ਜੋ ਸੁਸਾਇਟੀ ਹੈ ਨਾ, ਉਹਨੂੰ ਇੱਕ ਤਰ੍ਹਾਂ ਨਾਲ ਆਈਸੋਲੇਟ ਕੀਤਾ ਜਾ ਰਿਹਾ ਹੈ। ਬਿਲਕੁਲ। ਅਗਲੀ ਗੱਲ ਕਰਦੇ ਹਾਂ FDA ਦੀ, ਯਾਨੀ ਕਿ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਵੱਲੋਂ 5 ਤੋਂ 11 ਸਾਲ ਦੇ ਬੱਚਿਆਂ ਦੇ ਲਈ ਫਾਈਜ਼ਰ ਯਾਨੀ ਕਿ ਕਰੋਨਾ ਵੈਕਸੀਨ ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਮਿਲ ਗਈ ਹੈ, ਪਰ ਇਹ ਇਸ ਗੱਲ ਤੇ ਡਿਪੈਂਡ ਕਰੇਗਾ ਕਿ ਉਹ ਹਲੇ ਕਿੰਨੀ ਖੁਰਾਕ ਦੇਣੀ ਹੈ। ਇਹਦੀ ਗੱਲ ਹਲੇ ਨਹੀਂ ਹੋਈ, ਕਿਉਂਕਿ ਉਹਦੀ ਮਾਤਰਾ ਜ਼ਾਹਿਰ ਤੌਰ ਤੇ ਘੱਟ ਹੀ ਦੇਣੀ ਪਏਗੀ, ਕਿਉਂਕਿ ਬੱਚਿਆਂ ਵਾਸਤੇ ਜ਼ਿਆਦਾ ਡੋਜ਼ ਨਹੀਂ ਹੋ ਸਕਦੀ। ਦੂਸਰਾ, ਉਹਨਾਂ ਦੇ ਪੇਰੈਂਟਸ ਉੱਤੇ ਡਿਪੈਂਡ ਕਰਦਾ ਹੈ ਕਿ ਉਹਨੂੰ ਲਗਵਾਉਣਾ ਚਾਹੁੰਦੇ ਨੇ ਕਿ ਨਹੀਂ ਲਗਵਾਉਣਾ ਚਾਹੁੰਦੇ। ਇਹ ਉਹਨਾਂ ਨੇ ਫੈਸਲਾ ਉਹਨਾਂ ਦੇ ਪੇਰੈਂਟਸ ਤੇ ਛੱਡਿਆ ਹੈ, ਕਿਉਂਕਿ ਬੱਚਿਆਂ ਵਾਸਤੇ ਰਿਸਕੀ ਵੀ ਹੋ ਸਕਦਾ ਹੈ, ਕਿਉਂਕਿ ਨਹੀਂ ਪਤਾ ਕਿ ਡੋਜ਼ ਲਗਾਉਣ ਤੋਂ ਬਾਅਦ ਉਹਦੇ ਰਿਜ਼ਲਟ ਕੀ ਆਉਣਗੇ। ਡੋਜ਼ ਲਗਾਉਣ ਤੋਂ ਬਾਅਦ ਹੀ ਪਤਾ ਲੱਗੂਗਾ, ਇਸ ਕਰਕੇ ਰਿਸਕ ਫੈਕਟਰ ਇਨਵੋਲਵਡ ਹੈ। ਔਰ ਨਾਲ ਐਕਸਪਰਟ ਇਹ ਵੀ ਕਹਿ ਰਹੇ ਨੇ ਕਿ ਕਰੋਨਾ ਕਿਤੇ ਜਾਣਾ ਨਹੀਂ, ਵਾਇਰਸ ਨੇ ਰਹਿਣਾ ਹੈ, ਤੇ ਵਾਇਰਸ ਦੇ ਨਾਲ ਹੀ ਸਾਨੂੰ ਜਿਉਣਾ ਪੈਣਾ ਹੈ। ਇਸ ਕਰਕੇ ਸਾਨੂੰ ਇਹਤਿਆਤ ਵਰਤਣੀ ਚਾਹੀਦੀ ਹੈ। ਔਰ ਇੱਕ ਇਹ ਵੀ ਰਿਸਰਚ ਸਾਹਮਣੇ ਆਈ ਹੈ ਕਿ ਜਿਨ੍ਹਾਂ ਨੇ ਦੋਵੇਂ ਟੀਕੇ ਲਗਵਾ ਲਏ ਨੇ, 6 ਮਹੀਨੇ ਤੋਂ ਬਾਅਦ ਇੱਕ ਤੀਸਰਾ ਟੀਕਾ ਲਗਵਾਇਆ ਜਾਏਗਾ, ਜਿਹਦੇ ਨਾਲ ਤੁਸੀਂ ਕਈ ਸਾਲਾਂ ਤੱਕ ਇਸ ਵਾਇਰਸ ਤੋਂ ਬਚ ਸਕਦੇ ਹੋ। ਇਹ ਵੀ ਰਿਸਰਚ ਸਾਹਮਣੇ ਆ ਰਹੀ ਹੈ ਜੀ। ਅਗਲੀ ਖਬਰ ਮੈਨੂੰ ਪੜ੍ਹ ਲੈਣ ਦਿਓ। ਜਗਦੀਸ਼ ਟਾਈਟਲਰ ਦੀ ਗੱਲ ਕਰਨੀ ਆਪਾਂ ਹੁਣ ਗੱਲ ਕਰਦੇ ਹਾਂ 1984 ਦੇ ਵਿੱਚ ਹੋਏ ਦੰਗਿਆਂ ਦੀ। ਸਿੱਖਾਂ ਦਾ ਕਤਲੇਆਮ ਕਰਨ ਵਾਲੇ ਦੋਸ਼ੀ ਜਗਦੀਸ਼ ਟਾਈਟਲਰ ਦੀ, ਉਸ ਦੋਸ਼ੀ ਨੂੰ ਕਾਂਗਰਸ ਦੇ ਵੱਲੋਂ ਸਨਮਾਨ ਦਿੱਤਾ ਗਿਆ ਜੀ, ਪਰਮਾਨੈਂਟ ਇਨਵਾਈਟੀ ਬਣਾ ਦਿੱਤਾ ਗਿਆ ਹੈ। ਇੱਕ ਪਾਸੇ ਤਾਂ ਕਾਂਗਰਸ ਚਾਹੁੰਦੀ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੰਜਾਬ ਦਾ ਉਹਨਾਂ ਦਾ ਦਬਦਬਾ ਬਣੇ, ਇੱਕ ਵਾਰੀ ਫਿਰ ਤੋਂ ਆਪਣੀ ਸਰਕਾਰ ਬਣਾਉਣ, ਪਰ ਦੂਜੇ ਪਾਸੇ ਜਗਦੀਸ਼ ਟਾਈਟਲਰ ਨੂੰ ਇਹ ਸਨਮਾਨ ਕੁਝ ਨਹੀਂ ਕਹਿ ਸਕਦੇ, ਕਿਉਂਕਿ ਕਹਿਣਾ ਕੀ ਹੈ, ਸਭ ਨੂੰ ਪਤਾ ਹੈ ਕਿ ਕੀ ਹੋ ਰਿਹਾ ਹੈ।
ਸਭ ਨੂੰ ਪਤਾ ਹੈ ਕਿਉਂਕਿ ਸਭ ਦੇ ਵਿਚਾਰ ਇਸ ਨਾਲ ਜੁੜੇ ਹੋਏ ਨੇ ਔਰ ਫੈਕਟਸ ਸਾਹਮਣੇ ਆਏ ਨੇ। ਈਵਨ ਕੋਰਟਸ ਤੋਂ ਵੀ ਫੈਸਲਾ ਆਇਆ ਹੈ ਜਿਹਦੇ ਵਿੱਚ ਕਈਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਉਸ ਦੇ ਬਾਵਜੂਦ ਵੀ ਇਹ ਕਦਮ ਚੁੱਕਿਆ ਗਿਆ। ਸੋ ਇਹ ਪਾਰਟੀ ਕੀ ਚਾਹੁੰਦੀ ਹੈ, ਇਹ ਪਾਰਟੀ ਦੀ ਅੰਦਰ ਦੀ ਜੋ ਪਾਵਰ ਬੋਡੀ ਹੈ ਉਹਦਾ ਹੀ ਡਿਸੀਜਨ ਹੈ, ਲੇਕਿਨ ਇਹਦਾ ਇਫੈਕਟ ਤੇ ਹੋਣਾ ਹੈ ਕਿਉਂਕਿ ਪਬਲਿਕ ਨੇ ਇਸ ਚੀਜ਼ ਨੂੰ ਸਹੀ ਡਿਸੀਜਨ ਨਹੀਂ ਮੰਨਣਾ। ਇਸ ਕਰਕੇ ਭਾਵੇਂ ਇਲੈਕਸ਼ਨਸ ਦੀ ਗੱਲ ਕਰੋ ਜਾਂ ਐਥੀਕਲੀ ਵੀ ਦੇਖ ਲਓ ਕਿ ਇਹ ਗੱਲ ਬਿਲਕੁਲ ਗਲਤ ਹੈ। ਖਾਸ ਕਰਕੇ ਜੋ ਪਾਰਟੀ ਦੀ ਰੈਪੂਟੇਸ਼ਨ ਹੈ ਉਹਦੇ ਉੱਤੇ ਵੀ ਇੱਕ ਬਲੇਮ ਆ ਰਿਹਾ ਹੈ ਇਸ ਸਟੈਪ ਦੇ ਨਾਲ। ਬਿਲਕੁਲ ਬਲੇਮ ਵੀ ਆ ਰਿਹਾ ਔਰ ਕਿੰਨੀ ਮਾੜੀ ਗੱਲ ਹੈ। ਇੱਕ ਪਾਸੇ ਇੱਕ ਇਨਸਾਨ ਕਤਲੇਆਮ ਦਾ ਜਵਾਬਦੇਹ ਹੈ, ਇਸ ਕਤਲੇਆਮ ਦਾ ਇੱਕ ਮੇਨ ਬੰਦਾ ਹੈ ਜਿਹਦੀ ਵਜ੍ਹਾ ਨਾਲ ਇਹ ਸਾਰਾ ਕੁਝ ਹੋਇਆ, ਜਿਸ ਦਾ ਨਾਮ ਮੁੱਖ ਦੋਸ਼ੀ ਦੇ ਰੂਪ ਵਿੱਚ ਆਉਂਦਾ ਹੈ, ਤੇ ਦੂਜੇ ਪਾਸੇ ਤੁਸੀਂ ਉਸ ਨੂੰ ਇਦਾਂ ਦਾ ਸਨਮਾਨ ਦੇਣ ਦੀ ਗੱਲ ਕਰਦੇ ਹੋ। ਕਿੰਨੀ ਬੇਤੁਕੀ ਗੱਲ ਹੈ, ਬੇਤੁਕੀ ਗੱਲ ਔਰ ਲੋਕਾਂ ਦੇ ਵਿੱਚ ਇਸ ਚੀਜ਼ ਦਾ ਬਹੁਤ ਮਾੜਾ ਪ੍ਰਭਾਵ ਜਾਏਗਾ। ਸਾਡੇ ਤੇ ਕਿੰਨਾ ਮਾੜਾ ਅਸਰ ਪੈ ਰਿਹਾ ਸੀ ਇਸ ਖਬਰ ਨੂੰ। ਮੈਂ ਤਾਂ ਇਸ ਖਬਰ ਨੂੰ ਬਹੁਤ ਬੁਰੇ ਨਜ਼ਰ ਨਾਲ ਦੇਖ ਰਹੀ ਹਾਂ ਕਿ ਇਹ ਕੀ ਕੀਤਾ ਕਾਂਗਰਸ ਨੇ। ਉਮੀਦ ਨਹੀਂ ਸੀ ਕਿਸੇ ਨੂੰ ਵੀ ਕਿ ਇਹੋ ਜਿਹਾ ਕਦਮ ਚੁੱਕਿਆ ਜਾਏਗਾ ਸੋਨੀਆ ਗਾਂਧੀ ਦੇ ਵੱਲੋਂ, ਤੇ ਉਹ ਕੀ ਉਮੀਦ ਕਰਦੇ ਨੇ ਕਿ ਆਉਣ ਵਾਲੇ ਦਿਨਾਂ 'ਚ ਕਿਉਂ ਉਹਨਾਂ ਦੀ ਪਾਰਟੀ ਦੇ ਵੱਲ ਲੋਕ ਹੋਣਗੇ। ਹਾਲੇ ਤਾਂ ਪਿਛਲੇ 5 ਸਾਲ ਦੀ ਕਾਰਗੁਜ਼ਾਰੀ ਦੇ ਸਵਾਲ ਚੱਕੇ ਜਾ ਰਹੇ ਸੀ, ਇਸ ਗੱਲ ਬਾਅਦ ਤਾਂ ਬਿਲਕੁਲ ਵੀ ਕਾਂਗਰਸ ਦੇ ਪੱਖ 'ਚ ਮੇਰੇ ਹਿਸਾਬ ਨਾਲ ਨਹੀਂ ਬੋਲਣਾ ਚਾਹੀਦਾ। ਬਿਲਕੁਲ ਜੀ, ਪੰਜਾਬ ਫਿਰ ਟਾਰਗੇਟ ਤੇ ਤੁਸੀਂ ਦੇਖੋ, ਕਿਉਂਕਿ ਅਸੀਂ ਹਮੇਸ਼ਾ ਦੇਖਦੇ ਹਾਂ ਕਿਸੇ ਨਾ ਕਿਸੇ ਕਾਰਨ ਪੰਜਾਬ ਟਾਰਗੇਟ ਤੇ। ਇਹ ਵੀ ਹੁਣ ਪੰਜਾਬ ਟਾਰਗੇਟ ਤੇ ਹੈ ਬਿਕਾਜ਼ ਸਿੱਖ ਕਮਿਊਨਿਟੀ ਪੰਜਾਬ ਦੇ ਨਾਲ ਜੁੜੀ ਹੋਈ ਹੈ। ਔਰ ਤੁਸੀਂ ਇਹ ਵੀ ਦੇਖੋ ਕਿ ਵਿਦੇਸ਼ਾਂ ਦੇ ਵਿੱਚ ਜੋ ਵੀ ਨਾਮਨਾ ਖੱਟਿਆ ਹੈ ਸਿੱਖ ਕਮਿਊਨਿਟੀ ਨੇ ਹੀ ਜ਼ਿਆਦਾ ਖੱਟਿਆ ਹੈ ਔਰ ਬਹੁਤ ਕਮਾਲ ਦੇ ਕੰਮ ਕੀਤੇ ਨੇ। ਔਰ ਤੁਸੀਂ ਕਿਤੇ ਵੀ ਦੇਖੋ, ਲੋੜ ਪਵੇ ਉੱਥੇ ਖੜੇ ਨੇ, ਕਿਤੇ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਉੱਥੇ ਖੜੇ ਨੇ, ਕਿਸੇ ਨਾ ਕਿਸੇ ਤਰ੍ਹਾਂ ਫੰਡ ਇਕੱਠਾ ਕਰਕੇ ਉੱਥੇ ਪਹੁੰਚ ਜਾਂਦੇ ਨੇ। ਔਰ ਫਿਰ ਵੀ ਇਹ ਕਦਮ ਚੁੱਕਿਆ ਜਾਵੇ ਗਲਤ ਹੈ। ਉਸ ਬੰਦੇ ਨੂੰ ਤੁਸੀਂ ਠੀਕ ਹੈ ਆਪਣੀ ਪਾਰਟੀ 'ਚ ਰੱਖਣਾ ਚਾਹੁੰਦੇ ਹੋ, ਇਟਸ ਅਪ ਟੂ ਯੂ, ਪਰ ਇੱਦਾਂ ਦੇ ਅਹੁਦੇ ਤੁਸੀਂ ਦੇ ਕੇ ਉਸ ਨੂੰ ਪ੍ਰੋਜੈਕਟ ਕਰਦੇ ਹੋ, ਲਾਈਮ ਲਾਈਟ 'ਚ ਲੈ ਕੇ ਆਉਂਦੇ ਹੋ, ਦੁਨੀਆ ਦੇ ਸਾਹਮਣੇ ਲੈ ਕੇ ਆਉਂਦੇ ਹੋ, ਤਾਂ ਲੋਕਾਂ ਨੇ ਸਵਾਲ ਤਾਂ ਚੁੱਕਣੇ ਹੀ ਨੇ ਕਿ ਉਸ ਬੰਦੇ ਨੂੰ ਤੁਸੀਂ ਕਿਉਂ ਲੈ ਕੇ ਆ ਰਹੇ ਹੋ। ਤੁਹਾਨੂੰ ਕੋਈ ਹੋਰ ਬੰਦਾ ਨਹੀਂ ਲੱਭਾ, ਤੁਹਾਡੇ ਕੋਲ ਕੋਈ ਹੋਰ ਐਕਸਪੀਰੀਅੰਸਡ ਬੰਦਾ ਨਹੀਂ ਸੀ। ਜਿਸ ਬੰਦੇ ਦੇ ਉੱਤੇ ਪਹਿਲਾਂ ਹੀ ਬਲੇਮ ਲੱਗੇ ਹੋਏ ਨੇ, ਪਹਿਲਾਂ ਹੀ ਉਹਦੇ ਉੱਤੇ ਚਾਰਜ ਲੱਗੇ ਹੋਏ ਨੇ, ਕੋਰਟ ਵੱਲੋਂ ਵੀ ਉਹਨੂੰ ਟ੍ਰਾਇਲ ਕੀਤਾ ਜਾ ਰਿਹਾ ਹੈ, ਉਸ ਬੰਦੇ ਨੂੰ ਤੁਸੀਂ ਇਸ ਇੰਪੋਰਟੈਂਟ ਪੋਸਟ ਤੇ ਪ੍ਰੋਜੈਕਟ ਕਰ ਰਹੇ ਹੋ, ਤੁਹਾਡਾ ਫੇਸ ਬਣ ਕੇ ਉਹ ਸਾਹਮਣੇ ਆ ਰਿਹਾ ਹੈ, ਤੁਹਾਡਾ ਰਿਪਰੈਜ਼ੈਂਟੇਟਿਵ ਬਣ ਕੇ ਸਾਹਮਣੇ ਆ ਰਿਹਾ ਹੈ, ਤਾਂ ਤੁਸੀਂ ਆਪ ਸੋਚ ਸਕਦੇ ਹੋ ਉਹਦੇ ਰਿਜ਼ਲਟਸ ਕੀ ਹੋ ਸਕਦੇ ਨੇ। ਹੁਣ ਗੱਲ ਕਰਦੇ ਹਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੀ। ਚੋਣ ਕਮਿਸ਼ਨ ਮੁਖੀ ਡਾਕਟਰ ਐਸ ਕਰੁਣਾ ਰਾਜੂ, ਉਹਨਾਂ ਦਾ ਕਹਿਣਾ ਹੈ ਸੰਜੀਵ ਜੀ ਕਿ ਤਿਆਰੀਆਂ ਪੂਰੀਆਂ ਮੁਕੰਮਲ ਹੋ ਚੁੱਕੀਆਂ ਨੇ। ਕਈ ਜਗ੍ਹਾ ਉਹਨਾਂ ਨੇ ਜਿਹੜੇ ਡੀਸੀ ਨੇ ਕੁਝ ਜ਼ਿਲ੍ਹਿਆਂ ਦੇ, ਉਹਨਾਂ ਨਾਲ ਮੀਟਿੰਗ ਵੀ ਕੀਤੀ ਹੈ ਤਾਂ ਜੋ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਸਕੇ। ਸੋ ਚੋਣ ਕਮਿਸ਼ਨ ਪੰਜਾਬ ਦੇ ਵਿੱਚ ਚੋਣਾਂ ਕਰਨ ਦੇ ਲਈ ਤਿਆਰ ਬਰ ਤਿਆਰ, ਰੈਡੀ ਸਟੈਡੀ ਗੋ ਵਾਲਾ ਸਾਹ। ਹਾਂ, ਉਹ ਤਾਂ ਬਿਲਕੁਲ ਤਿਆਰ ਹੈ, ਪਰ ਇੱਧਰ ਜਿਨ੍ਹਾਂ ਨੇ ਚੋਣਾਂ ਲੜਨੀਆਂ ਨੇ, ਪਾਰਟਿਸਿਪੇਟ ਕਰਨਾ ਹੈ, ਉਹਨਾਂ ਦੀਆਂ ਤਿਆਰੀਆਂ ਦਾ ਤਾਂ ਆਰਗੇਨਾਈਜੇਸ਼ਨ ਕਮੇਟੀ ਇਜ਼ ਰੈਡੀ ਬਟ ਪਾਰਟਿਸਿਪੈਂਟਸ ਦਾ ਪਤਾ ਨਹੀਂ ਕੀ ਹਾਲ ਹੈ। ਪਾਰਟਿਸਿਪੈਂਟਸ ਦਾ ਪਤਾ ਨਹੀਂ ਕੀ ਹਾਲ ਹੈ, ਗਵਾਹ ਚੁਸਤ ਮੁਦਈ ਸੁਸਤ, ਆਹ ਵਾਲਾ ਹਿਸਾਬ ਹੋ ਗਿਆ ਹੈ। ਸੋ ਗੱਲ ਇਹ ਹੈ ਕਿ ਪਾਰਟੀਆਂ ਰੈਡੀ ਨੇ ਕਿ ਨਹੀਂ ਰੈਡੀ, ਉਹ ਤਾਂ ਰੱਬ ਹੀ ਰੱਖਿਆ, ਪਤਾ ਨਹੀਂ ਕੀ ਹੋਣਾ ਤੇ ਕੀ ਨਹੀਂ ਹੋਣਾ। ਹਜੇ ਨਵੀਆਂ ਪਾਰਟੀਆਂ ਫਾਰਮ ਹੋ ਰਹੀਆਂ ਨੇ, ਹਜੇ ਉਹਨਾਂ ਦੀ ਸ਼ੇਪ ਅਪ ਨਹੀਂ ਪਤਾ ਲੱਗ ਰਹੀ ਕਿ ਕੌਣ ਹੈ ਤੇ ਕੌਣ ਨਹੀਂ ਹੈ। ਇੱਧਰ ਕੇਜਰੀਵਾਲ ਸਾਹਿਬ ਵੀ ਆਏ ਹੋਏ ਨੇ ਪੰਜਾਬ ਦੇ ਵਿੱਚ, ਉਹ ਵੀ ਚੋਣਾਂ ਨੂੰ ਦੇਖਦੇ ਹੋਏ ਵਿਜ਼ਿਟ ਕਰਦੇ ਪਏ ਨੇ ਔਰ ਜੋ ਜ਼ਰੂਰੀ ਹੈ, ਜੋ ਭਖਦੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਉਹ ਮਿਲ ਰਹੇ ਨੇ, ਕਿਸਾਨਾਂ ਨੂੰ ਮਿਲ ਰਹੇ ਨੇ, ਹੋਰ ਗਰੁੱਪਸ ਨੂੰ ਵੀ ਮਿਲ ਰਹੇ ਨੇ, ਕਿਉਂਕਿ ਉਹ ਵੀ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਆਪ ਦੀ ਜੋ ਪਾਰਟੀ ਹੈ ਉਸ ਦੇ ਕਦਮ ਮਜ਼ਬੂਤ ਹੋ ਸਕਣ। ਉਧਰੋਂ ਅਕਾਲੀ ਦਲ ਜਿਹੜਾ ਉਹ ਆਪਣਾ ਮੁਜ਼ਾਹਰਾ ਕਰ ਰਿਹਾ ਹੈ, ਖਾਸ ਕਰਕੇ BSF ਨੂੰ ਲੈ ਕੇ ਕਿ ਉਹਦਾ ਜੋ ਖੇਤਰਫਲ ਵਧਾ ਦਿੱਤਾ ਹੈ, 50 ਕਿਲੋਮੀਟਰ ਕਰ ਦਿੱਤਾ, ਉਹਨਾਂ ਨੂੰ ਅਕਾਲੀ ਦਲ ਦਾ ਮੈਨੂੰ ਇਦਾਂ ਲੱਗਦਾ ਇਹਨਾਂ ਨੂੰ ਕੋਈ ਮੁੱਦਾ ਚਾਹੀਦਾ, ਬਸ ਛੇਤੀ ਛੇਤੀ ਬਿਆਨਬਾਜ਼ੀ ਕੀਤੀ ਜਾਵੇ। ਤੁਸੀਂ ਇੱਕ ਗੱਲ ਵੈਸੇ ਮੈਂ ਕਦੇ ਕਦੇ ਸੋਚਦੀ ਹੁੰਨੀ ਆ, ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਣੀ ਬੋਲਦੇ ਸੀ ਨਾ, ਸਾਰੀ ਦੁਨੀਆ ਖੜ ਖੜ ਕੇ ਦੇਖਦੀ ਸੀ। ਉਹ ਇੱਕ ਅਜਿਹੇ ਰਾਜਨੀਤਿਕ ਪਰਸਨ ਹੋਏ ਆ, ਮਤਲਬ ਕਿ ਜਿਹੜੇ ਆਪਣੀ ਭਾਸ਼ਣ ਕਰਕੇ ਜਾਣੇ ਜਾਂਦੇ ਆ। ਉਹਨਾਂ ਨੂੰ ਕੋਈ ਵੀ ਰਿਪੋਰਟਰ ਕੋਈ ਵੀ ਸਵਾਲ ਪੁੱਛਦਾ, ਉਹ ਏਦਾਂ ਦਾ ਜਵਾਬ ਦਿੰਦੇ ਆ ਕਿ ਅਗਲਾ ਹੱਕਾ ਬੱਕਾ ਰਹਿ ਜਾਂਦਾ। ਉਹਨਾਂ ਦੀ ਬਿਆਨਬਾਜ਼ੀ, ਉਹਨਾਂ ਦਾ ਭਾਸ਼ਣ, ਉਹਨਾਂ ਦਾ ਸਵਾਲ ਦਾ ਜਵਾਬ ਦੇਣ ਦਾ ਤਰੀਕਾ ਕਮਾਲ ਦਾ ਰਿਹਾ ਇੱਕ ਰਾਜਨੀਤਿਕ ਪਰਸਨ ਦੇ ਤੌਰ ਤੇ, ਹੈ ਨਾ। ਹੁਣ ਜਦੋਂ ਸੁਖਬੀਰ ਬਾਦਲ ਹੋਣੀ ਕੋਈ ਵੀ ਬਿਆਨ ਦਿੰਦੇ, ਜਾਂ ਤਾਂ ਸਾਰੇ ਹੱਸ ਪੈਂਦੇ ਆ ਤੇ ਜਾਂ ਕਹਿ ਦਿੰਦੇ ਛੱਡ ਪਰਾਂ ਇਹਨੂੰ ਕੀ ਸੁਣਨਾ। ਸੀਰੀਅਸਲੀ ਨਹੀਂ ਲੈਂਦੇ ਉਹਨਾਂ ਨੂੰ। ਹਾਂ, ਉਹਨਾਂ ਨੂੰ ਸੀਰੀਅਸਲੀ ਨਹੀਂ ਲਿਆ ਜਾਂਦਾ, ਹੈ ਨਾ। ਬਿਕਾਜ਼ ਜਿਹੜੇ ਪੁਰਾਣੇ ਬਜ਼ੁਰਗ ਸਾਡੇ ਨੇਤਾ ਰਹੇ ਨੇ, ਉਹਨਾਂ ਨੇ ਬਹੁਤ ਕੁਝ ਆਪਣੇ ਉੱਤੇ ਹੰਡਾਇਆ ਹੈ, ਕਿਉਂਕਿ ਉਸ ਵਕਤ ਭਾਰਤ ਹਜੇ ਨਵਾਂ ਆਜ਼ਾਦ ਹੋਇਆ ਸੀ, ਬਹੁਤ ਕੁਝ ਸਹਿਣਾ ਪਿਆ, ਕਿਉਂਕਿ ਬਹੁਤ ਕੁਝ ਫਾਰਮ ਕਰਨਾ ਸੀ, ਬਹੁਤ ਕੁਝ ਨਵਾਂ ਬਣਾਉਣਾ ਸੀ, ਤਾਂ ਉਹਨਾਂ ਦਾ ਐਕਸਪੀਰੀਅੰਸ ਵੱਖਰਾ ਹੈ। ਇਹਨਾਂ ਨੂੰ ਸਭ ਕੀਤਾ ਕਰਾਇਆ ਮਿਲਿਆ। ਉਹ ਜਿਹੜੇ ਬਜ਼ੁਰਗ ਨੇਤਾ ਨੇ ਉਹ ਆਪਣੇ ਆਪ ਵਿੱਚ ਪੂਰਾ ਇੰਸਟੀਚਿਊਟ ਨੇ, ਪੋਲਿਟਿਕਸ ਦਾ ਪੂਰਾ ਸਕੂਲ ਨੇ, ਤੁਸੀਂ ਉਹਨਾਂ ਕੋਲੋਂ ਜਾ ਕੇ ਸਿੱਖ ਸਕਦੇ ਹੋ, ਪਰ ਇਹਨਾਂ ਨੂੰ ਸਭ ਕੁਝ ਕੀਤਾ ਕਰਾਇਆ ਮਿਲਿਆ ਹੈ
ਤਾਂ ਇਹਨਾਂ ਕੋਲ ਉਹ ਤਜਰਬਾ, ਉਹ ਐਕਸਪੀਰੀਅੰਸ ਤੇ ਨਹੀਂ ਹੈ। ਹੁਣ ਦੇਖੋ, ਜਦੋਂ ਸੁਖਬੀਰ ਬਾਦਲ ਹੋਣੀ ਕੋਈ ਬਿਆਨ ਦਿੰਦੇ ਆ ਕਿ ਜੇ ਸਾਡੀ ਸਰਕਾਰ ਇੱਕ ਵਾਰੀ ਹੋਰ ਆ ਜਾਂਦੀ, ਤੁਸੀਂ ਪੰਡਾਂ ਭਰ ਭਰ ਕੇ ਪੈਸੇ ਲਾਉਣੇ ਸੀ। ਕਿੱਥੋਂ? ਇਹ ਮੈਨੂੰ ਪੱਕਾ ਪਤਾ ਸੀ ਸੰਜੀਵ ਜੀ ਕਹਿਣਗੇ ਕਿੱਥੋਂ, ਕਿਉਂਕਿ ਅਸੀਂ ਵੀ ਉੱਥੇ ਸੁਖਬੀਰ ਬਾਦਲ ਹੀ ਜਾਣਨ ਕਿੱਥੋਂ, ਹਨਾ। ਜੇ ਸਾਡੀ ਸਰਕਾਰ ਆ ਜਾਂਦੀ, ਇਹਨੂੰ ਟੋਰਾਂਟੋ ਬਣਾ ਦੇਣਾ ਸੀ, ਇਹਨੂੰ ਇਦਾਂ ਕਰ ਦੇਣਾ ਸੀ। ਸੋ ਜਦੋਂ ਵੀ ਪ੍ਰਕਾਸ਼ ਸਿੰਘ ਬਾਦਲ ਹੋਣੀ ਹੱਲੇ ਵੀ ਕਿਤੇ ਕੋਈ ਬਿਆਨ ਦਿੰਦੇ ਨਾ, ਸਾਰੇ ਇੱਕ ਵਾਰੀ ਤਾਂ ਹੋ ਜਾਂਦੇ ਕਿ ਹਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਕੋਈ ਵੀ ਬਿਆਨ ਦਿੱਤਾ, ਸੁਖਬੀਰ ਬਾਦਲ ਹੋਣਾ ਨੂੰ ਕੋਈ ਸੀਰੀਅਸਲੀ ਨਹੀਂ ਲੈਂਦਾ। ਹੁਣ ਭਗਵੰਤ ਮਾਨ ਹੋਣਾ ਨੇ ਇੱਕ ਕਮਾਲ ਦਾ ਬਿਆਨ ਦਿੱਤਾ ਹੈ ਜੀ। ਇਹ ਭਗਵੰਤ ਮਾਨ ਹੋਣਾ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਉਹ ਡਰਿੰਕ ਕਰਦੇ ਨੇ ਜਾਂ ਕੁਛ ਕਰਦੇ ਨੇ, ਤਾਂ ਭਗਵੰਤ ਮਾਨ ਹੋਣਾ ਦਾ ਇਸ ਦੇ ਉੱਤੇ ਜਵਾਬ ਸੀਗਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਡਰਿੰਕ ਕਰੇ ਤਾਂ ਉਹ ਰਾਜਾ, ਤੇ ਜੇ ਮੈਂ ਕਰਾਂ ਤਾਂ ਸ਼ਰਾਬੀ। ਹੁਣ ਇਹਨਾਂ ਨੇ ਹਰਸਿਮਰਤ ਕੌਰ ਬਾਦਲ ਦੇ ਉੱਤੇ ਤੰਜ ਕੱਸਿਆ ਜੀ। ਭਗਵੰਤ ਮਾਨ ਹੋਣਾ ਦਾ ਕਹਿਣਾ ਹੈ ਕਿ ਸਿਮਰਤ ਕੌਰ ਬਾਦਲ ਨੂੰ ਕੀ ਪਤਾ ਕਿ ਮੈਂ ਕਿੰਨੇ ਵਜੇ ਪੀਣਾ ਤਾਂ ਕਿੰਨੀ ਪੀਣਾ। ਗੱਲ ਤਾਂ ਸੋਚਣ ਵਾਲੀ ਹੈ, ਗੱਲ ਸਾਰੀ ਸੋਚਣ ਵਾਲੀ ਹੈ। ਪਹਿਲੇ ਤਾਂ ਉਹ ਗੱਲ ਜਿਹੜੀ ਤੁਸੀਂ ਕਿਹਾ ਪੰਡਾ ਭਰ ਭਰ ਕੇ ਨੋਟਾਂ ਦੀਆਂ ਲਾਉਣੀਆਂ ਨੇ, ਇਹ ਦੇਖੋ ਸੰਜੀਵ ਜੀ, ਮੈਂ ਤੁਹਾਡੀ ਗੱਲ ਰੋਕ ਰਹੀ ਹਾਂ, ਇਹ ਆਪਣੀ ਪਰਸਨਲ ਲਾਈਫ ਤੇ ਡਰਿੰਕ ਕਰਕੇ ਲੜੀ ਜਾ ਰਹੇ ਆ, ਜਦਕਿ ਇਹ ਕੋਈ ਮੁੱਦਾ ਥੋੜਾ ਹੈ। ਇਹ ਕੀ ਗੱਲ ਹੈ? ਇਹ ਆਮ ਜਨਤਾ ਦੇ ਮੂਹਰੇ ਕਰਨ ਵਾਲੀ ਗੱਲ ਹੈ। ਥਾਂ ਅਸੀਂ ਪੜ੍ਹਦੇ ਆ ਕਿ ਡਰਿੰਕ ਕਰਨੀ ਮਾੜੀ ਆ, ਡਰਿੰਕ ਨਹੀਂ ਕਰਨੀ ਚਾਹੀਦੀ। ਤੁਸੀਂ ਸਿਆਸੀ ਪਾਰਟੀ ਇੱਕ ਦੂਸਰੇ ਦੇ ਸ਼ਰਾਬ ਪੀਣ ਕਰਕੇ ਹੀ ਲੜੀ ਜਾਂਦੀਆਂ। ਪੁੱਛੋ, ਇਹ ਤਾਂ ਗੱਲ ਹੁਣ ਪੁੱਛਣ ਵਾਲੀ ਹੋਈ ਹੈ ਨਾ, ਅਸੀਂ ਵੀ ਪੁੱਛ ਰਹੇ ਹਾਂ ਵੀ ਆਹ ਕੀ ਗੱਲ ਬਣੀ, ਆਹ ਕੀ ਕਰਦੇ ਹੋ। ਹੁਣ ਜਿਹੜੀ ਪੰਡਾਂ ਵਾਲੀ ਗੱਲ ਹੈ, ਮੈਂ ਤਾਂ ਕਹਿ ਰਿਹਾ ਕਿ ਕਿੱਥੋਂ ਲਾਉਣੀਆਂ ਨੇ, ਸਭ ਤੋਂ ਪਹਿਲਾਂ ਮੈਂ ਪਹੁੰਚਾਂ, ਪੰਡ ਲਾ ਕੇ ਲੈ ਕੇ ਆਵਾਂ ਨੋਟਾਂ ਦੀ। ਦੂਜੀ ਗੱਲ, ਤੁਸੀਂ ਕਹਿੰਦੇ ਹੋ ਕਿ ਟੋਰਾਂਟੋ ਬਣਾ ਦੇਣਾ ਪੰਜਾਬ ਨੂੰ, ਲੋੜ ਕੀ ਪਈ ਪੰਜਾਬ ਨੂੰ ਪੰਜਾਬ ਰਹਿਣ ਦਿਓ ਯਾਰ, ਇੰਨਾ ਸੋਹਣਾ ਹੈ ਦੇਸ਼ ਪੰਜਾਬ ਮੇਰਾ, ਠੀਕ ਹੈ। ਇਹਦੇ ਉੱਤੇ ਕਿੰਨੀਆਂ ਕਵਿਤਾਵਾਂ ਲਿਖੀਆਂ ਗਈਆਂ, ਕਿੰਨਾ ਇਹਦੇ ਵਿੱਚ ਸਾਹਿਤ ਲਿਖਿਆ ਗਿਆ, ਬਾਬਾ ਨਾਨਕ ਦਾ ਪੰਜਾਬ ਹੈ, ਇਹਨੂੰ ਪੰਜਾਬ ਰਹਿਣ ਦਿਓ, ਟੋਰਾਂਟੋ ਬਣਾਉਣ ਦੀ ਲੋੜ ਨਹੀਂ, ਟੋਰਾਂਟੋ ਉੱਥੇ ਠੀਕ ਹੈ। ਤੀਸਰੀ ਗੱਲ ਡਰਿੰਕ ਦੀ, ਹੁਣ ਡਰਿੰਕ ਕਿਸ ਵਕਤ ਕਰਦੇ ਨੇ ਜਾਂ ਕਿਹੜਾ ਬ੍ਰਾਂਡ ਪੀਂਦੇ ਨੇ, ਸਾਨੂੰ ਕੀ ਲੈਣਾ ਦੇਣਾ। ਔਨ ਦਾ ਰੌਕਸ ਪੀਂਦੇ ਨੇ ਜਾਂ ਸੋਡਾ ਪਾ ਕੇ ਪੀਂਦੇ ਨੇ, ਅਸੀਂ ਕੀ ਲੈਣਾ ਦੇਣਾ। ਸਾਨੂੰ ਇਹ ਦੱਸੋ ਕਿ ਤੁਸੀਂ ਦੇਸ਼ ਵਾਸਤੇ ਕੀ ਕੰਮ ਕਰਦੇ ਪਏ ਹੋ। ਅਗਰ ਤੁਸੀਂ ਉਹਦੇ ਵਾਸਤੇ ਸੀਰੀਅਸ ਹੋ ਤਾਂ ਗੱਲ ਬਣਦੀ। ਬਾਕੀ ਜਿਹੜਾ ਡਰਿੰਕ ਕਰਨਾ ਤੁਹਾਡੀ ਸਿਹਤ ਦਾ ਨੁਕਸਾਨ ਹੈ, ਤੁਹਾਡੇ ਕੰਮ ਦੇ ਉੱਤੇ ਉਹਦਾ ਅਸਰ ਪਏਗਾ। ਹੁਣ ਤੁਸੀਂ ਦੇਖੋ ਨਾ, ਤੁਸੀਂ ਜੇ ਡਰਿੰਕ ਕਰਕੇ ਆਪਣੇ ਆਫਿਸ ਆਉਂਦੇ ਹੋ ਕੰਮ ਕਰਨ ਵਾਸਤੇ, ਹਾਈਟ ਆਫ ਕੀ ਕਹੀਏ, ਹੁਣ ਕੀ ਕੰਮ ਕਹੋਗੇ, ਕੀ ਕੰਮ ਕਰਨਾ ਤੁਸੀਂ ਉੱਥੇ ਆ ਕੇ ਤੁਸੀਂ ਕੋਈ ਕੰਮ ਨਹੀਂ ਕਰੋਗੇ, ਕਿਉਂਕਿ ਜੋ ਵੀ ਉਹਦਾ। ਪਰ ਮੈਨੂੰ ਲੱਗਦਾ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਭਗਵੰਤ ਮਾਨ ਹੋਣਾ ਦੀ ਪਰਸਨਲ ਲਾਈਫ ਤੇ ਸਵਾਲ ਚੱਕਣ ਤੋਂ ਜ਼ਿਆਦਾ ਬਾਕੀ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਔਰ ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਉਹਨਾਂ ਦੇ ਬਿਆਨ ਜਿਹੜੇ ਪਹਿਲਾਂ ਆਉਣ ਲੱਗੇ ਆ, ਪਹਿਲਾਂ ਤਾਂ ਇਹ ਵੀ ਕਿਹਾ ਜਾਂਦਾ ਕਿ ਕਿਤੇ ਨਾ ਕਿਤੇ ਬਾਦਲ ਪਰਿਵਾਰ ਦੇ ਵੀ ਮਿਲੀ ਭੁਗਤ ਇਹਨਾਂ ਕਾਨੂੰਨਾਂ ਦੇ ਵਿੱਚ, ਕੈਪਟਨ ਦੀ ਵੀ ਹੈ ਮਿਲੀ ਭੁਗਤ ਇਹਨਾਂ ਕਾਨੂੰਨਾਂ ਦੇ ਵਿੱਚ, ਸਾਰੇ ਰਲੇ ਹੋਏ ਨੇ। ਹੁਣ ਲੋਕਾਂ ਨੂੰ ਸਿਰਫ ਬੁੱਧੂ ਬਣਾਉਣਾ ਚਾਹੁੰਦੇ ਨੇ। ਮੈਨੂੰ ਲੱਗਦਾ ਨਹੀਂ ਐਤਕੀ ਲੋਕ ਬੁੱਧੂ ਬਣਨਗੇ। ਜੇ ਫੇਰ ਆਹੀ ਦੋ ਪਾਰਟੀਆਂ ਚੋਂ ਕੋਈ ਇੱਕ ਆਉਂਦਾ ਨਾ ਸੰਜੀਵ ਜੀ, ਫੇਰ ਤਾਂ ਮੈਂ ਕਹਿੰਦੀ ਤੁਸੀਂ ਭੁੱਲ ਜਾਓ, ਇੱਥੇ ਸੁਧਾਰ ਹੋਊਗਾ। ਕੋਈ ਲੋੜ ਨਹੀਂ ਹੈਗੀ ਫਿਰ ਇੱਥੇ ਲੋਕਾਂ ਨੂੰ ਸੁਧਾਰਨ ਦੀ। ਜੇ ਅਸੀਂ ਬਾਰ-ਬਾਰ ਇਹੀ ਕਹਿੰਦੇ ਆ ਕਿ ਸ਼ਕਤੀਮਾਨੀ ਗੰਗਾਧਰ ਹੈ, ਇਹਨਾਂ ਨੇ ਬਾਰੀ ਬੱਟਾ ਲਾਇਆ, ਕਾਂਗਰਸ ਅਕਾਲੀ, ਜੇ ਫੇਰ ਲੋਕੀ ਇਸ ਵਾਰ ਤਿਆਰੀ ਚ ਨਾ ਦੋਨਾਂ ਚ ਕੋਈ ਇੱਕ ਪਾਰਟੀ ਆਉਣੀ ਹੈ ਵੀ ਫਿਰ ਅਗਲੀ ਵਾਰੀ ਨਾ ਕਿ ਉਹ ਸਰਕਾਰਾਂ ਕੁਝ ਨਹੀਂ ਕਰਦੀਆਂ, ਕਿਉਂਕਿ ਤੁਸੀਂ ਹੋਰ ਕੋਈ ਸਰਕਾਰ ਹੀ ਨਹੀਂ ਲੈ ਕੇ ਆਉਂਦੇ ਕਰਨ ਜੋਗੀ। ਗੱਲ ਇਹੀ ਹੈ ਕਿ ਜੇ ਇਹ ਕਾਨੂੰਨ ਡਿਸਕਸ ਹੋ ਰਹੇ ਨੇ ਬਹੁਤ ਸਾਲਾਂ ਤੋਂ, ਇਹਦੀ ਪਲੈਨਿੰਗ ਚੱਲ ਰਹੀ ਸੀ, ਅੰਦਰ ਖਾਤੇ ਸਭ ਨੂੰ ਪਤਾ ਹੈ, ਰਾਤੋਂ ਰਾਤ ਤਾਂ ਕੁਝ ਹੋ ਨਹੀਂ ਜਾਂਦਾ, ਬਿਲਕੁਲ ਨਹੀਂ ਹੁੰਦਾ। ਇੱਕ ਸੂਟ ਸਮਾਉਣਾ ਹੁੰਦਾ, ਮਹੱਲੇ ਪੂਰੇ ਚ ਰੌਲਾ ਪਿਆ ਹੁੰਦਾ ਕਿ ਫਲਾਨੀਆਂ ਦੀ ਬੁੜੀ ਅੱਜ ਸੂਟ ਲੈਣ ਗਈ, ਉਹਨੂੰ ਅਗਲੇ ਮਹੀਨੇ ਵਿਆਹ ਆ ਤੇ ਉਹਨੇ ਸੂਟ ਸਮਾਉਣਾ। ਬਿਲਕੁਲ ਸਹੀ ਗੱਲ ਹੈ। ਔਰ ਐਡੀ ਵੱਡੀ ਜੋ ਕਾਰਗੁਜ਼ਾਰੀ ਹੋਈ ਹੈ, ਇਹਦੇ ਬਾਰੇ ਸਭ ਨੂੰ ਪਤਾ ਹੋਏਗਾ ਅੰਦਰ ਖਾਤੇ। ਇਹ ਤਾਂ ਹੁਣ ਜਾ ਕੇ ਸਾਹਮਣੇ ਆਈ ਹੈ, ਕਿਉਂਕਿ ਇੱਕ ਦਿਨ 'ਚ ਸਾਰੇ ਕਾਨੂੰਨ ਨਹੀਂ ਬਣਦੇ, ਇਹ ਪੂਰੀ ਤਰ੍ਹਾਂ ਨਾਲ ਲੀਗਲ ਤਰੀਕੇ ਨਾਲ ਤਿਆਰ ਕੀਤੇ ਗਏ ਨੇ। ਪਤਾ ਨਹੀਂ ਕਿੰਨੇ ਲੀਗਲ ਬ੍ਰੇਨਸ, ਪੂਰੀ ਟੀਮ ਲੱਗੀ ਹੋਏਗੀ ਇਹਨੂੰ ਸਾਰਾ ਫਾਰਮ ਕਰਨ ਦੇ ਵਿੱਚ, ਜੋ ਕਨਸਟੀਟਿਊਸ਼ਨ ਦੇ ਮੁਤਾਬਿਕ ਬਣਾਉਣਾ ਹੈ। ਪਤਾ ਨਹੀਂ ਕੀ ਕੁਝ ਕੀਤਾ ਹੈ। ਤਾਂ ਇਹ ਸਭ ਨੂੰ ਅੰਦਰ ਖਾਤੇ ਸਭ ਨੂੰ ਪਤਾ ਹੋਣਾ ਕਿ ਕੀ ਹੋਣ ਜਾ ਰਿਹਾ, ਕੀ ਹੁਣ ਨਹੀਂ ਜਾ ਰਿਹਾ। ਪਰ ਉਦੋਂ ਕੋਈ ਕੁਸਕਿਆ ਨਹੀਂ, ਕੋਈ ਬੋਲਿਆ ਨਹੀਂ। ਇਸ ਵਕਤ ਜਦੋਂ ਇਹ ਚੀਜ਼ ਸਾਹਮਣੇ ਆ ਗਈ, ਜਦੋਂ ਟੋਪੀ ਦੇ ਵਿੱਚੋਂ ਜਾਦੂਗਰ ਨੇ ਕੱਢ ਦਿੱਤਾ ਕੋਈ ਵੀ ਚੀਜ਼, ਕੋਈ ਜਮੂਰਾ ਬਾਹਰ ਕੱਢਿਆ ਜਾਂ ਕੋਈ ਖਰਗੋਸ਼ ਬਾਹਰ ਕੱਢਿਆ। ਸਾਡਾ ਜਾਦੂਗਰ ਦੇਸ਼ ਦੇ ਭਾਰਤ ਦੇ ਪ੍ਰਧਾਨ ਮੰਤਰੀ ਆ, ਉਹ ਪਤਾ ਨਹੀਂ ਉਹਨਾਂ ਦੀ ਟੋਪੀ 'ਚ ਕੀ ਆ, ਕਦੋਂ ਕੀ ਕੱਢ ਦਿੰਦੇ ਆ। ਬਿਲਕੁਲ ਸਹੀ ਗੱਲ ਹੈ। ਫਿਰ ਹੁਣ ਸਾਰਿਆਂ ਨੇ ਦੇਖਿਆ ਕਿ ਮੇਰੇ ਕਾਰਡਸ ਕਿੱਧਰ ਸੈੱਟ ਬੈਠਣਗੇ, ਉਹ ਕਹਿੰਦਾ ਮੇਰੇ ਕਾਰਡਸ ਕਿੱਧਰ ਸੈੱਟ ਬੈਠਣਗੇ, ਉਹ ਪੱਤੇ ਵੰਡਣੇ ਸ਼ੁਰੂ ਕਰ ਦਿੱਤੇ ਨੇ ਤੇ ਪਬਲਿਕ ਨੂੰ ਸਮਝਦੇ ਨੇ ਕਿ ਬੇਵਕੂਫ ਹੈਗੀ ਹੈ, ਕਾਰਡਸ ਵੰਡ ਦਿੱਤੇ ਨੇ, ਹੁਣ ਗੇਮ ਖੇਡੇਗੀ। ਹੁਣ ਪਬਲਿਕ ਮੈਚਿਓਰ ਹੋ ਚੁੱਕੀ ਹੈ, ਕਿਉਂਕਿ ਦੇਸ਼ ਦਾ 75ਵਾਂ ਸਾਲ ਜਾ ਰਿਹਾ ਹੈ। ਜਦੋਂ ਦੇਸ਼ ਆਜ਼ਾਦ ਹੋਇਆ 75ਵਾਂ ਸਾਲ ਸ਼ੁਰੂ ਹੋ ਚੁੱਕਾ ਹੈ, ਤਾਂ ਹੁਣ ਪਬਲਿਕ ਇੰਨੀ ਮੈਚਿਓਰ ਹੈ ਔਰ ਜੋ ਯੰਗ ਜਨਰੇਸ਼ਨ ਹੈ ਇੰਨੀ ਪੜ੍ਹੀ ਲਿਖੀ ਹੈ, ਉਹ ਹਰ ਗੱਲ ਸਮਝਦੀ ਹੈ। ਇਹਨਾਂ ਦੀ ਚਾਲ ਤੋਂ ਪਹਿਲਾਂ ਸਮਝਦੀ ਹੈ ਕਿ ਕਿਹੜਾ ਪਤਾ ਖੇਡਣ ਲੱਗੇ ਨੇ। ਸੋ ਹੁਣ ਗੱਲ ਇੰਨੀ ਆਸਾਨ ਨਹੀਂ ਹੈ, ਪਬਲਿਕ ਬਹੁਤ ਸਟਰੋਂਗ ਹੋ ਚੁੱਕੀ ਹੈ। ਬਿਲਕੁਲ ਇੱਕ ਗੱਲ ਆ, ਉਦਾਂ ਚਲੋ ਨਵਜੋਤ ਸਿੰਘ ਸਿੱਧੂ ਹੋਣਾ ਦੀ ਪਹਿਲਾਂ ਕਾਫੀ ਜ਼ਿਆਦਾ ਵਾਹਵਾਹੀ ਹੋਇਆ ਕਰਦੀ ਸੀ, ਪਰ ਉਹਨਾਂ ਦੇ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਹਾਲਾਤ ਚੱਲ ਰਹੇ, ਉਹਨਾਂ ਦੇ ਟਵੀਟਰ ਪਹਿਲਾਂ ਨਾ ਕੈਪਟਨ ਨੂੰ ਕੁਰਸੀ ਤੇ ਟਿਕਣ ਦਿੱਤਾ ਹਨਾ, ਫਿਰ ਨਾ ਹੁਣ ਚੰਨੀ ਸਾਹਿਬ ਨੂੰ ਟਿਕਣ ਦਿੰਦੇ ਆ। ਸੋ ਕੋਈ ਨਾ ਕੋਈ ਉਹਨਾਂ ਦਾ ਆਪਣਾ ਜਾਰੀ ਰਹਿੰਦਾ ਹਨਾ, ਪੱਕੀ ਪਕਾਈ ਖੀਰ ਚਾਹੁੰਦੇ ਆ। ਜਦੋਂ ਤੁਹਾਨੂੰ ਬਿਜਲੀ ਮਹਿਕਮਾ ਦਿੱਤਾ ਗਿਆ, ਜਾਂ ਤਾਂ ਉਦੋਂ ਤੁਸੀਂ ਕੰਮ ਕਰਦੇ,
ਫਿਰ ਕੰਮ ਕਰਨ ਤੋਂ ਬਾਅਦ ਸਾਨੂੰ ਕੋਈ ਰਿਜ਼ਲਟ ਦਿੰਦੇ, ਫਿਰ ਅਸੀਂ ਤੁਹਾਡੇ ਹੱਕ 'ਚ ਹੁੰਦੇ। ਜੋ ਵੀ ਹੈ, ਹੁਣ ਤਾਂ ਮੈਨੂੰ ਲੱਗਦਾ ਨਹੀਂ ਕਿ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਗੱਲ ਨੂੰ ਕੋਈ ਵੀ ਇੰਨਾ ਗੰਭੀਰ ਤਰੀਕੇ ਨਾਲ ਲੈਂਦਾ, ਪਰ ਮੈਂ ਇੱਕ ਤਾਰੀਫ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਜ਼ਰੂਰ ਕਰਨਾ ਚਾਹੂੰਗੀ ਕਿ ਉਹਨਾਂ ਨੇ ਇੰਨੇ ਸਾਲਾਂ ਤੋਂ ਇੱਕੋ ਹੀ ਬੰਦਾ ਕੁਰਸੀ ਤੇ ਚਿਪਕਿਆ, ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦਾ, ਹਿਲਾ ਕੇ ਰੱਖਤਾ। ਸ਼ਾਇਦ ਉਹ ਹਿੱਲੇ ਹੈ ਤਾਂ ਹੀ ਚੰਨੀ ਸਾਹਿਬ ਨੂੰ ਮੌਕਾ ਮਿਲਿਆ। ਹੁਣ ਕੋਈ ਇੱਕ ਹੋਰ ਨਵਜੋਤ ਸਿੰਘ ਸਿੱਧੂ ਆਵੇ ਤਾਂ ਸੁਖਬੀਰ ਬਾਦਲ ਨੂੰ ਹਟਾਵੇ, ਤਾਂ ਜੋ ਕੋਈ ਨਵਾਂ ਚਿਹਰਾ ਲੋਕਾਂ ਨੂੰ ਦੇਖਣ ਨੂੰ ਮਿਲੇ। ਦੇਖੋ, ਹੁੰਦੀ ਸੀ ਕਾਂਗਰਸ ਸਰਕਾਰ ਤੇ ਅਕਾਲੀ ਸਰਕਾਰ ਜੀ। ਕਾਂਗਰਸ ਸਰਕਾਰ ਕਦੋਂ ਕੈਪਟਨ ਸਰਕਾਰ ਦਾ ਰੂਪ ਲੈ ਗਈ, ਅਕਾਲੀ ਸਰਕਾਰ ਕਦੋਂ ਬਾਦਲ ਸਰਕਾਰ ਦਾ ਰੂਪ ਲੈ ਗਈ, ਸਾਨੂੰ ਕਿਸੇ ਨੂੰ ਨਹੀਂ ਪਤਾ ਲੱਗਿਆ। ਅਖਬਾਰਾਂ ਦੇ ਵਿੱਚ ਵੀ ਬਾਦਲ ਸਰਕਾਰ ਬਣ ਗਈ। ਉਹ ਇਕੱਲੇ ਬਾਦਲ ਪਰਿਵਾਰ ਦੀ ਸਰਕਾਰ ਕਿਵੇਂ ਹੋ ਗਈ? ਉਹ ਇਕੱਲੀ ਕੈਪਟਨ ਪਰਿਵਾਰ ਦੀ ਸਰਕਾਰ ਕਿਵੇਂ ਹੋ ਗਈ? ਜਿਸ ਨੂੰ ਅਕਾਲੀ ਦਲ ਨੂੰ ਬਣਾਉਣ ਦੇ ਲਈ ਕੁਲਦੀਪ ਸਿੰਘ ਵਡਾਲਾ ਹੋਣਾ ਨੇ ਜਿੰਨੀ ਮਿਹਨਤ ਕੀਤੀ ਹੈ, ਘਰ ਘਰ ਸਾਈਕਲ ਤੇ ਜਾਣਾ, ਤੁਰ ਤੁਰ ਕੇ ਪਿੰਡਾਂ 'ਚ ਜਾਣਾ, ਜਥੇਦਾਰ ਟੌੜਾ ਹੋਣਾ ਨੇ ਜਿੰਦ ਜਾਨ ਲਾ ਦਿੱਤੀ ਉਸ ਅਕਾਲੀ ਦਲ ਨੂੰ ਬਣਾਉਣ ਦੇ ਲਈ, ਉਹਨਾਂ ਦੀ ਮਿਹਨਤ ਦਾ ਨਤੀਜਾ ਹੀ ਅਕਾਲੀ ਦਲ ਹੈ। ਤੁਸੀਂ ਇਕੱਲਾ ਆਪਣੇ ਸਿਰ ਤੇ ਸਾਰਾ ਬਣ ਲਿਆ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਫੇਸ ਵੈਲਿਊ ਹੈ। ਕਿਸੇ ਵਕਤ ਕਿਹਾ ਜਾਂਦਾ ਸੀ ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ। ਇਹ ਵੀ ਫੇਸ ਵੈਲਿਊ ਹੈ। ਹਾਲਾਂਕਿ ਇੰਡੀਆ ਨੂੰ ਬਣਾਉਣ ਦੇ ਵਿੱਚ ਤੁਸੀਂ ਦੱਸੋ ਕਿੰਨਿਆਂ ਦਾ ਖੂਨ ਡੁੱਲਿਆ ਹੈ, ਕਿੰਨਿਆਂ ਨੇ ਕੰਮ ਕੀਤਾ ਹੈ। ਸੋ ਇਹ ਫੇਸ ਵੈਲਿਊ ਹੈ। ਹਮੇਸ਼ਾ ਇਹ ਪੋਲੀਟੀਕਲ ਮਾਈਲੇਜ ਲੈਣ ਵਾਸਤੇ ਗੇਮ ਖੇਡੀ ਜਾਂਦੀ ਹੈ, ਕਿਉਂਕਿ ਇੱਕ ਇਨਸਾਨ ਨੂੰ ਤੁਸੀਂ ਕਿਸੇ ਵੀ ਪਾਰਟੀ ਦਾ ਫੇਸ ਬਣਾ ਦਿਓ ਤਾਂ ਤੁਸੀਂ ਉਸ ਨੂੰ ਉਸੇ ਤਰ੍ਹਾਂ ਕੈਸ਼ ਕਰਨਾ ਚਾਹੁੰਦੇ ਹੋ। ਹੁੰਦਾ ਕੀ ਹੈ ਕਿ ਜਿਹੜੇ ਉਹਦੇ ਪਿੱਛੇ ਲੱਗੇ ਹੋਏ ਬੰਦੇ ਨੇ ਉਹ ਆਪਣੇ ਕੰਮ ਕਢਵਾਉਣਾ ਚਾਹੁੰਦੇ ਨੇ। ਉਹਨਾਂ ਨੂੰ ਇਹ ਹੈ ਕਿ ਸਾਡਾ ਬੰਦਾ ਫਿੱਟ ਰਵੇ ਤਾਂ ਸਾਡੀਆਂ ਪਾਓ 12, ਜੇ ਸਾਡਾ ਬੰਦਾ ਨਿਕਲ ਗਿਆ ਤੇ ਅਸੀਂ ਕੀ ਕਰਾਂਗੇ। ਇਹ ਸਾਰੀ ਗੇਮ ਫਾਇਦਾ ਲੈਣ ਵਾਲਿਆਂ ਦੀ ਹੈ। ਜਿਹੜੇ ਫਸਲੀ ਬਟੇਰੇ ਹੁੰਦੇ ਨੇ, ਇਹ ਸਾਰੀ ਗੇਮ ਉਹਨਾਂ ਦੀ ਹੈ। ਹਾਲਾਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਡੈਮੋਕ੍ਰੇਸੀ ਦੀ, ਤਾਂ ਲੋਕਤੰਤਰ ਦੇ ਵਿੱਚ ਤਾਂ ਕੋਈ ਵੀ ਚਿਹਰਾ ਨਹੀਂ ਹੁੰਦਾ, ਕੰਮ ਬੋਲਦਾ ਹੈ। ਤੇ ਤੁਸੀਂ ਲੋਕਤੰਤਰ ਦੇ ਵਿੱਚ ਪਰਿਵਾਰਵਾਦ ਕਿੱਥੋਂ ਲੈ ਕੇ ਆ ਗਏ ਹੋ, ਫੇਸ ਕਿੱਥੋਂ ਲੈ ਕੇ ਆ ਗਏ ਹੋ? ਜਦਕਿ ਇਹ ਹੋਣਾ ਚਾਹੀਦਾ ਹੈ ਕਿ ਲੋਕਤੰਤਰ ਪਬਲਿਕ ਦੀ ਸਰਕਾਰ ਹੈ, ਲੋਕਾਂ ਵਾਸਤੇ ਹੈ, ਲੋਕਾਂ ਦੇ ਲਈ ਹੈ, ਲੋਕਾਂ ਲਈ ਕੰਮ ਕਰਦੀ ਹੈ। ਤਾਂ ਕੋਈ ਵੀ ਬੰਦਾ ਜਿਹੜਾ ਕਾਬਿਲ ਹੈ ਸਾਹਮਣੇ ਆ ਸਕਦਾ ਹੈ। ਨੋ ਫੇਸ ਵੈਲਿਊ, ਓਨਲੀ ਕੰਮ। ਕੁਲਦੀਪ ਸਿੰਘ ਵਡਾਲਾ ਹੁਣਾਂ ਨੇ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੂੰ ਇੱਕ ਗੱਲ ਕਹੀ ਸੀ। ਉਹਨਾਂ ਨੇ ਕਿਹਾ ਸੀਗਾ ਕਿ ਭਾਜਪਾ ਦੇ ਨਾਲ ਯਾਰੀ ਪਾ ਕੇ ਤੁਸੀਂ ਗਲਤ ਕਰ ਰਹੇ ਹੋ, ਇਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਨਾ ਕਰੋ। ਦੇਖੋ ਕਿੰਨੇ ਸਾਲਾਂ ਬਾਅਦ ਇਹ ਗੱਲ ਸੱਚ ਹੋ ਗਈ। ਬਿਲਕੁਲ ਸਹੀ ਹੈ। ਜਿਹੜੀ ਕੁਲਦੀਪ ਸਿੰਘ ਵਡਾਲਾ ਹੁਣਾਂ ਨੇ ਇੰਨੇ ਸਾਲ ਪਹਿਲਾਂ ਕਹੀ ਸੀਗੀ ਕਿ ਅੱਜ ਅਸੀਂ ਭੁਗਤ ਰਹੇ ਹਾਂ ਭਾਜਪਾ ਦੇ ਨਾਲ ਗੱਠਜੋੜ ਕਰਕੇ। ਬਿਲਕੁਲ। ਹੁਣ ਇੱਥੇ ਨੁਕਸਾਨ ਹੋਇਆ ਆਮ ਲੋਕਾਂ ਦਾ। ਭਾਜਪਾ ਦੇ ਜਿਹੜੇ ਪਾਰਟੀ ਨੁਮਾਇੰਦੇ ਆ, ਠੀਕ ਆ, ਉਹਨਾਂ ਦੇ ਨਾਲ ਅਣਬਣ ਹੋਣੀ ਜਾਇਜ਼ ਆ, ਕਿਉਂਕਿ ਉਹ ਸਾਡੇ ਨਾਲ ਸਹੀ ਵਤੀਰਾ ਨਹੀਂ ਕਰ ਰਹੇ, ਸਾਡੇ ਕਿਸਾਨਾਂ ਦੇ ਨਾਲ ਸਹੀ ਵਤੀਰਾ ਨਹੀਂ ਕਰ ਰਹੇ। ਕੁਝ ਲੋਕ ਜਿਹੜੇ ਐ ਇੰਨੇ ਜ਼ਿਆਦਾ ਇਮੋਸ਼ਨਲ ਹੁੰਦੇ ਆ, ਆਪਣੀ ਪਾਰਟੀ ਦੇ ਨਾਲ ਇਮੋਸ਼ਨਲੀ ਜੁੜ ਜਾਂਦੇ। ਬਿਲਕੁਲ ਸਹੀ। ਹੁਣ ਜਿਹੜੇ ਲੋਕ ਭਾਜਪਾ ਦੇ ਨਾਲ ਜੁੜੇ ਹੋਏ ਸੀਗੇ ਉਹ ਅਕਾਲੀਆਂ ਦੇ ਨਾਲ ਲੱਗਣ ਲੱਗ ਗਏ, ਬਾਕੀ ਪੰਜਾਬੀਆਂ ਦੇ ਨਾਲ ਲੱਗਣ ਲੱਗ ਕੇ। ਉਹਨਾਂ ਨੂੰ ਇਹ ਹੋਣ ਲੱਗ ਗਿਆ ਕਿ ਸਾਡੀ ਪਾਰਟੀ, ਲੋਕ ਆਪਸ ਦੇ ਵਿੱਚ ਵੰਡਣੇ ਸ਼ੁਰੂ ਹੋ ਜਾਂਦੇ ਪਾਰਟੀਆਂ ਦੇ ਨਾਂ ਤੇ। ਮੈਂ ਤਾਂ ਅਕਸਰ ਇਹ ਗੱਲ ਕਰਦੀ ਹਾਂ ਕਿ ਦੁਨੀਆ ਦੀ ਸਭ ਤੋਂ ਵੱਡੀ ਬੇਵਕੂਫੀ ਇਹ ਹੈ ਕਿ ਤੁਸੀਂ ਆਪਣੇ ਆਂਢ ਗੁਆਂਢ ਦੇ ਨਾਲ, ਆਪਣੇ ਰਿਸ਼ਤੇਦਾਰਾਂ ਦੇ ਨਾਲ, ਆਪਣੇ ਸੰਗੀ ਸਾਥੀਆਂ ਦੇ ਨਾਲ ਸਿਰਫ ਇਸ ਲਈ ਅਣਬਣ ਕਰਦੇ ਹੋ ਕਿ ਤੁਹਾਡੀਆਂ ਪਾਰਟੀਆਂ ਆਪਸ ਦੇ ਵਿੱਚ ਨਹੀਂ ਰਲਦੀਆਂ। ਉਹ ਭਰਾਵਾ, ਉਹਨਾਂ ਨੇ ਇੱਕ ਦੂਏ ਦੇ ਘਰਾਂ 'ਚ ਵਿਆਹ ਵੀ ਕਰ ਦਿੱਤੇ, ਉਹਨਾਂ ਨੂੰ ਇੱਕ ਦੂਏ ਦੇ ਵਿਆਹਾਂ ਤੇ ਉਹ ਸੱਦਦੇ ਵੀ ਆ। ਤੁਸੀਂ ਐਵੇਂ ਲੜ ਕੇ ਕਮਲੇ ਹੋਏ ਰਹਿੰਦੇ ਆ। ਸੋ ਨਾ ਲੜਿਆ ਕਰੋ ਕਿਸੇ ਵੀ ਪਾਰਟੀ ਕਰਕੇ। ਸਭ ਤੋਂ ਵੱਡੀ ਬੇਵਕੂਫੀ ਇਹ ਹੈ ਕਿ ਕਿਸੇ ਪਾਰਟੀ ਕਰਕੇ ਆਪਣੇ ਕਿਸੇ ਰਿਸ਼ਤੇ ਦੇ ਵਿੱਚ ਵਿਗਾੜ ਪਾਉਣੀ। ਬਿਲਕੁਲ ਸਹੀ ਗੱਲ ਹੈ। ਔਰ ਜਿਹੜੇ ਪੋਲੀਟੀਕਲ ਐਕਸਪਰਟਸ ਨੇ ਉਹ ਵੀ ਇਹ ਗੱਲ ਕਹਿੰਦੇ ਨੇ, ਜਿਸ ਤਰ੍ਹਾਂ ਅਸੀਂ ਫੇਸ ਵੈਲਿਊ ਦੀ ਗੱਲ ਕਰ ਰਹੇ ਹਾਂ, ਕਿ ਬੀਜੇਪੀ ਦੀ ਜੋ ਆਈਡੀਓਲੋਜੀ ਹੈ ਉਸ ਦੇ ਮੁਤਾਬਿਕ ਅੱਜ ਦੀ ਜੋ ਬੀਜੇਪੀ ਹੈ ਉਹ ਕੰਮ ਨਹੀਂ ਕਰ ਰਹੀ, ਬਿਲਕੁਲ ਨਹੀਂ ਕਰ ਰਹੀ। ਹੁਣ ਦੇਖੋ, ਜਿਹੜੇ ਵਾਜਪੇਈ ਜੀ ਸੀਗੇ, ਉਹਨਾਂ ਨੂੰ ਇੱਕ ਬਹੁਤ ਹੀ ਸੁਲਝਿਆ ਹੋਇਆ ਪ੍ਰਧਾਨ ਮੰਤਰੀ ਮੰਨਿਆ ਗਿਆ ਸੀ। ਉਹ ਹੈ ਵੀ, ਉਹ ਹੈਗੇ ਵੀ ਨੇ ਜੀ, ਬਿਲਕੁਲ, ਹਨਾ। ਤੇ ਹੁਣ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਬਸ ਨਾਤੀ ਧੋਤੀ ਰਹਿ ਗਈ, ਤੇਰੇ ਮੂੰਹ ਤੇ ਮੱਖੀ ਬਹਿ ਗਈ। ਜਿੰਨੀ ਮਿਹਨਤ ਵਾਜਪੇਈ ਹੁਣਾਂ ਨੇ ਕੀਤੀ ਤੇ ਆ ਕੇ ਮੋਦੀ ਬਹਿ ਗਿਆ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਉਹੀ ਗੱਲ ਫੇਸ ਵੈਲਿਊ ਦੀ ਆ ਜਾਂਦੀ ਹੈ ਕਿ ਕੋਈ ਵੀ ਚਿਹਰਾ, ਕੋਈ ਵੀ ਇਨਸਾਨ ਐਡਾ ਵੱਡਾ ਨਹੀਂ ਹੁੰਦਾ ਕਿ ਉਹ ਕਨਸਟੀਟਿਊਸ਼ਨ ਤੋਂ ਵੱਡਾ ਹੋਵੇ, ਸਰਕਾਰ ਤੋਂ, ਜਿਹੜੀ ਲੋਕਾਂ ਦੀ ਸਰਕਾਰ ਹੈ ਉਸ ਤੋਂ ਵੱਡਾ ਹੋਵੇ, ਜਾਂ ਜਿਹੜੀ ਉਹਦੀ ਆਪਣੀ ਪਾਰਟੀ ਹੈ ਉਸ ਦੀ ਆਈਡੀਓਲੋਜੀ ਤੋਂ ਵੱਡਾ ਹੋਵੇ। ਹਰ ਇਨਸਾਨ ਜੋ ਵੀ ਜਿੱਥੇ ਬੈਠਾ ਹੈ ਲੋਕਤੰਤਰ ਦੇ ਵਿੱਚ, ਉਹ ਇੱਕ ਸੇਵਕ ਹੈ, ਠੀਕ ਹੈ ਨਾ। ਉਹ ਸੇਵਾ ਦੇ ਵਾਸਤੇ ਹੈ, ਨਾ ਕਿ ਇਸ ਤਰ੍ਹਾਂ ਦੀ ਹਕੂਮਤ ਵਾਸਤੇ ਕਿ ਤੁਸੀਂ ਮਤਲਬ ਆਈਡੀਓਲੋਜੀ ਤੋਂ ਡਿਫਰੈਂਟ ਹੋ ਜਾਓ, ਕਨਸਟੀਟਿਊਸ਼ਨ ਤੋਂ ਡਿਫਰੈਂਟ ਹੋ ਜਾਓ, ਜਾਂ ਆਪਣੀ ਕਿਸੇ ਗੱਲ ਨੂੰ ਕਨਸਟੀਟਿਊਸ਼ਨ ਦੇ ਮੁਤਾਬਿਕ, ਸੰਵਿਧਾਨ ਦੇ ਮੁਤਾਬਿਕ ਢਾਲਣ ਦੀ ਕੋਸ਼ਿਸ਼ ਕਰੋ, ਜ਼ਬਰਦਸਤੀ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕਰੋ ਕਿ ਇਹ ਵਾਕਈ ਲੀਗਲ ਲੱਗੇ।
ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਹ ਪਾਰਟੀ ਦੀ ਜੋ ਆਈਡੀਓਲੋਜੀ ਹੈ, ਉਹਦੀ ਜੋ ਸਾਖ ਬਣੀ ਹੋਈ ਹੈ ਸ਼ੁਰੂ ਤੋਂ, ਜਿਵੇਂ ਤੁਸੀਂ ਵਾਜਪਾਈ ਸਾਹਿਬ ਦੀ ਗੱਲ ਕੀਤੀ, ਉਹਦੇ ਉੱਤੇ ਕਿਤੇ ਨਾ ਕਿਤੇ ਸੱਟ ਮਾਰਦੀ ਹੈ। ਸੋ ਸੰਜੀਵ ਜੀ, ਆਪਾਂ ਹੁਣ ਅਗਲੀ ਗੱਲ ਕਰਦੇ ਹਾਂ ਸੈਲੀਬ੍ਰਿਟੀਜ਼ ਦੀ। ਕੁਝ ਲੋਕ ਹੁੰਦੇ ਆ ਜਿਹੜੇ ਸੈਲੀਬ੍ਰਿਟੀਜ਼ ਚਿਹਰਿਆਂ ਨੂੰ ਵੋਟਾਂ ਪਾ ਕੇ ਖੁਸ਼ ਹੋ ਜਾਂਦੇ, ਜਦੋਂ ਇਹ ਕੀ ਕਹਿੰਦੇ ਨੇ, ਕਿਹੜੇ ਉਹ ਦਿਓਲ ਪਰਿਵਾਰ ਦਾ ਬੇਟਾ ਆ ਜਿਹੜਾ ਖੜਾ ਹੋਇਆ ਸੀ, ਮੈਂ ਨਾਮ ਭੁੱਲ ਗਿਆ, ਸਨੀ ਦਿਓਲ, ਕਿੱਦਾਂ ਭੁੱਲ ਸਕਦੀ ਆ ਮੈਂ, ਹਨਾ? ਉਹਨਾਂ ਨੇ ਤਾਂ ਨਲਕਾ ਪੱਟਿਆ ਸੀ ਤੇ ਨਲਕਾ ਹੀ ਪੱਟਿਆ ਬਸ, ਉਹਨਾਂ ਨੇ ਹੋਰ ਕੁਝ ਨਹੀਂ ਕੀਤਾ। ਨਲਕਾ ਪੱਟਣ ਤੋਂ ਬਾਅਦ ਜੀ ਲੋਕਾਂ ਦੇ ਵਿੱਚ ਬੜੇ ਫੇਮਸ ਹੋ ਗਏ, ਤੇ ਜਦੋਂ ਉਹ ਗੁਰਦਾਸਪੁਰ ਤੋਂ ਚੋਣਾਂ ਲੜਦੇ ਆ, ਉਸ ਤੋਂ ਬਾਅਦ ਮੈਂ ਇੱਕ ਗੱਲ ਸੋਚਦੀ ਹਾਂ, ਉਹ ਜਿੱਤ ਜਾਂਦੇ ਆ। ਬਹੁਤ ਘੱਟ ਹੈ ਕਦੇ ਉਹਨਾਂ ਨੇ ਦਰਸ਼ਨ ਦਿੱਤੇ ਹੁਣ, ਮੈਨੂੰ ਤਾਂ ਲੱਗਦਾ ਨਹੀਂ ਕਦੇ ਦਿੱਤੇ ਹੋਣਗੇ ਨਾ। ਦਰਸ਼ਨ ਹੋ ਗਏ ਮਹਿੰਗੇ, ਨਹੀਂ ਤੇਰੇ ਦਰਸ਼ਨ ਹੋ ਗਏ ਮਹਿੰਗੇ, ਇਹ ਗਾਣਾ ਉਹਨਾਂ ਲਈ ਪਹਿਲਾਂ ਲਿਖ ਦਿੱਤਾ ਗਿਆ, ਇੰਪਲੀਮੈਂਟ ਬਾਅਦ 'ਚ ਕੀਤਾ ਗਿਆ। ਸਨੀ ਦਿਓਲ ਹੋਣਾ ਨੂੰ ਵੋਟ ਪਾਉਣ ਲੱਗਿਆ ਆਮ ਲੋਕਾਂ ਨੇ ਕੀ ਸੋਚਿਆ ਕਿ ਉਹ ਕਿੰਨਾ ਚਿਰ, ਕਿੰਨੇ ਸਾਲਾਂ ਤੋਂ ਤੁਹਾਡੇ ਪਿੰਡਾਂ ਦੇ ਵਿੱਚ ਵਿਚਰਦੇ ਰਹੇ, ਕਿੰਨਾ ਚਿਰ ਤੁਹਾਡੀਆਂ ਗਲੀਆਂ ਨਾਲੇ ਦੀਆਂ ਮਸਲੇ ਸੁਣਦੇ ਰਹੇ, ਕਿੰਨਾ ਚਿਰ ਤੁਹਾਡੀਆਂ ਗੱਲਾਂ ਸੁਣਦੇ ਰਹੇ। ਹੁਣ ਤੁਸੀਂ ਕੱਲ ਨੂੰ ਕੀ ਕਹਿੰਦੇ ਨੇ, ਐਸ਼ਵਰੀਆ ਰਾਏ ਗੁਰਦਾਸਪੁਰ ਤੋਂ ਖੜੀ ਹੋ ਜੂ, ਉਹਨੂੰ ਵੋਟ ਪਾ ਦੋਗੇ? ਕਿਉਂ ਪਾਓਗੇ ਤੁਸੀਂ ਵੋਟ? ਇਹੀ ਤਾਂ ਸੋਚਣ ਵਾਲੀ ਗੱਲ ਹੈ ਕਿ ਅਸੀਂ ਕੋਈ ਫਿਲਮ ਥੋੜਾ ਬਣਾ ਰਹੇ ਹਾਂ, ਕੋਈ ਨਕਲੀ ਚੀਜ਼ ਥੋੜਾ ਦਿਖਾ ਰਹੇ ਹਾਂ। ਇਸ ਗੱਲੋਂ ਮੈਂ ਦੁਆਬੇ ਦੇ ਲੋਕਾਂ ਦੀ ਤਾਰੀਫ ਕਰਦੀ ਹਾਂ। ਹਾਂਜੀ, ਖਾਸ ਤੌਰ ਤੇ ਜਿਹੜਾ ਜਲੰਧਰ ਪਾਸਾ ਹੈ ਨਾ, ਇਹਦੇ ਵਿੱਚ ਜਿਹੜਾ ਸ਼ਹਿਰੀ ਇਲਾਕਾ ਜਲੰਧਰ ਦਾ, ਹੰਸਰਾਜ ਹੋਣੀ ਖੜੇ ਹੋਏ ਹੈ ਨਹੀਂ ਜਿੱਤੇ। ਹੰਸਰਾਜ ਹੋਣੀ ਆਊਟ ਆਫ ਪੰਜਾਬ ਗਏ, ਉੱਥੇ ਜਿੱਤ ਗਏ। ਜਲੰਧਰ ਦੇ ਲੋਕਾਂ ਦੇ ਲਈ ਤਾਂ ਜਿਹੜਾ ਮਰਜ਼ੀ ਸੈਲੀਬ੍ਰਿਟੀ ਖੜਾ ਕਰ ਦੋ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਆਪਣੀ ਪਾਰਟੀ ਦੇ ਪੱਕੇ ਬੰਦੇ ਆ, ਪਰ ਪਲੀਜ਼ ਪਾਰਟੀ ਦੇ ਵੀ ਇੰਨੇ ਪੱਕੇ ਬੰਦੇ ਨਾ ਹੋਵੋ। ਜਲੰਧਰੀ ਹੋ, ਦੇਸ਼ ਦਾ ਵੀ ਆਪਾਂ ਥੋੜਾ ਸੋਚਣਾ। ਹਾਂ, ਸੈਲੀਬ੍ਰਿਟੀਜ਼ ਨੂੰ ਵੋਟ ਪਾਉਣ ਦਾ ਕੋਈ ਮਤਲਬ ਨਹੀਂ। ਹੁਣ ਦੇਖੋ, ਕਈ ਲੋਕ ਸ਼ੁਰੂ ਤੋਂ, ਆਪਾਂ ਚਾਹੇ ਕਾਂਗਰਸ ਦੀ ਗੱਲ ਕਰੀਏ, ਚਾਹੇ ਅਕਾਲੀਆਂ ਦੀ ਗੱਲ ਕਰੀਏ ਨਾ, ਸ਼ੁਰੂ ਤੋਂ ਲੱਗ ਪੈਂਦੇ ਪਾਰਟੀ ਦੇ ਨਾਲ ਕੰਮ ਕਰਨਾ। ਇਹ ਉਹ ਲੋਕ ਜੁੜੇ ਹੋਏ ਆ ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਕੱਲ ਨੂੰ ਜਿਹੜੇ ਮੋਹਰੇ ਉੱਤੇ ਨੁਮਾਇੰਦੇ ਬੈਠੇ ਹੋਏ ਆ, ਇਹਨਾਂ ਨੇ ਦੇਸ਼ ਦਾ ਆਹ ਹਾਲ ਕਰ ਦੇਣਾ, ਹਨਾ? ਕਦੇ ਉਹ ਕੌਂਸਲਰ ਰਹਿੰਦੇ ਆ, ਕਦੇ ਉਹ ਸਰਪੰਚ ਰਹਿੰਦੇ ਆ, ਕਦੇ ਉਹ ਕੁਛ ਰਹਿੰਦੇ ਆ, ਇੰਨੇ ਸਾਲਾਂ ਤੋਂ ਜੁੜੇ ਆ, ਆਪਣੇ ਕੋਲੋਂ ਪੈਸੇ ਲਾ ਕੇ ਪਾਰਟੀਆਂ ਦੇ ਨਾਲ ਕੰਮ ਕਰਦੇ ਪਏ ਆ। ਕੱਲ ਨੂੰ ਕੋਈ ਹੋਰ ਬੰਦਾ ਆ ਕੇ ਉੱਥੇ ਟਿਕਟ ਲੈ ਲੈਂਦਾ ਸਿਰਫ ਪਾਰਟੀ ਨੂੰ ਜਿਤਾਉਣ ਦੇ ਲਈ, ਫਿਰ ਉਹ ਦੇਖੋ ਲੋਕਾਂ ਤੇ ਕੀ ਅਸਰ ਪੈਂਦਾ ਇਹਨਾਂ ਚੀਜ਼ਾਂ ਦਾ। ਬਿਲਕੁਲ ਦਿਲ ਟੁੱਟਦਾ ਹੈ। ਦੇਖੋ, ਅਮਰੀਕਾ ਦੇ ਪ੍ਰੈਜ਼ੀਡੈਂਟ ਰੀਗਨ ਸਾਹਿਬ ਬਣੇ, ਉਹ ਵੀ ਫਿਲਮ ਵਰਲਡ ਤੋਂ ਸੀਗੇ, ਉਹਨਾਂ ਨੂੰ ਅੱਛੀਆਂ ਵੋਟਾਂ ਮਿਲ ਗਈਆਂ, ਵਧੀਆ ਵੋਟਾਂ ਮਿਲੀਆਂ, ਔਰ ਉਹਨਾਂ ਨੇ ਕੰਮ ਵੀ ਕਰਕੇ ਦਿਖਾਇਆ ਹੈ। ਫਿਰ ਸਾਡੇ ਅਮਿਤਾਭ ਬੱਚਨ ਸਾਹਿਬ ਆਏ, ਟੋਟਲੀ ਫੇਲੂਅਰ, ਠੀਕ ਹੈ। ਉਸ ਤੋਂ ਬਾਅਦ ਕਈ ਹੋਰ ਪਤਾ ਨਹੀਂ ਕਿੰਨੇ ਕਈ ਹੇਮਾ ਮਾਲਿਨੀ ਵੀ ਹੋਣ ਲੱਗੇ ਹੋਏ ਆ, ਗੋਵਿੰਦਾ ਸਾਹਿਬ ਵੀ ਆਏ ਸੀ, ਬੜੇ ਸੋ ਇਹ ਸਾਰੇ ਟੋਟਲ ਫੇਲੂਅਰ। ਜੈਪ੍ਰਦਾ ਆਏ ਨੇ, ਹੁਣ ਸਨੀ ਦਿਓਲ, ਇਹ ਤਾਂ ਬਿਲਕੁਲ ਫਨੀ ਗੱਲ ਕਰਕੇ ਚਲੇ ਗਏ ਨੇ, ਮਜ਼ਾਕ ਹੀ ਹੋ ਗਿਆ। ਸਨੀ ਤੋਂ ਫਨੀ ਬਣਾ ਦਿੱਤਾ ਇਹਨਾਂ ਨੇ। ਉਹ ਯਾਦ ਆ ਰਿਹਾ ਹੈ, ਕੈਸਾ ਲਗਾ ਮੇਰਾ ਮਜ਼ਾਕ, ਕੈਸਾ ਲਗਾ ਮੇਰਾ ਮਜ਼ਾਕ। ਮੈਂ ਉਹੀ ਕਹਿ ਰਿਹਾ ਕਿ ਸਨੀ ਤੋਂ ਫਨੀ ਕਰ ਦਿੱਤਾ ਸਨੀ ਤੋਂ ਫਨੀ ਕਰ ਦਿੱਤਾ। ਸੋ ਇਹਦਾ ਵਾਸਤੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਕਾਬਲੀਅਤ, ਜਿਵੇਂ ਤੁਸੀਂ ਕਿਹਾ ਨਾ, ਪਾਰਟੀ ਦੇ ਵਿੱਚ ਕਾਬਿਲ ਬੰਦੇ ਹੈਗੇ ਨੇ। ਅਸੀਂ ਕੋਈ ਫਿਲਮ ਥੋੜਾ ਬਣਾ ਰਹੇ ਹਾਂ, ਇੱਕ ਕੋਈ ਨਕਲੀ ਵਰਡ ਥੋੜਾ ਸਿਰਜ ਰਹੇ ਹਾਂ ਜਿਹਦੇ ਵਿੱਚ ਇੱਕ ਬੰਦਾ 10 ਗੁੰਡਿਆਂ ਨੂੰ ਕੁੱਟ ਦਿੰਦਾ, ਉਹ ਤਾਂ ਨਹੀਂ ਹੋ ਰਿਹਾ ਹੈ। ਇੱਕ ਸੱਚੀ ਸੁੱਚੀ ਦੁਨੀਆ ਹੈ, ਇੱਕ ਪ੍ਰੈਕਟੀਕਲ ਵਰਡ ਹੈ ਜਿਹਦੇ ਵਿੱਚ ਤੁਸੀਂ ਇਲੈਕਸ਼ਨ ਲੜ ਕੇ ਤੁਸੀਂ ਉਸ ਅਹੁਦੇ ਨੂੰ ਸੰਭਾਲਣਾ ਹੈ ਕਿ ਲੋਕਾਂ ਦੀਆਂ ਤੁਸੀਂ ਮੰਗਾਂ ਵੀ ਪੂਰੀਆਂ ਕਰਨੀਆਂ ਨੇ, ਜ਼ਰੂਰਤਾਂ ਪੂਰੀਆਂ ਕਰਨੀਆਂ ਨੇ। ਤੁਹਾਨੂੰ ਸਮਝ ਹੀ ਨਹੀਂ ਹੈ, ਤੁਹਾਨੂੰ ਪੰਜਾਬ ਦੀ ਸਮਝ ਨਹੀਂ, ਤੁਹਾਨੂੰ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੀ ਸੋਚ ਦੀ ਸਮਝ ਨਹੀਂ, ਤੇ ਤੁਸੀਂ ਕਰਨ ਕੀ ਆਏ ਹੋ? ਤੁਹਾਨੂੰ ਆਪ ਨੂੰ ਪਿੱਛੇ ਹਟ ਜਾਣਾ ਚਾਹੀਦਾ। ਇਹ ਥੋੜਾ ਕਿ ਤੁਸੀਂ ਅੱਜ ਫਿਲਮਾਂ ਨਹੀਂ ਕਰ ਰਹੇ ਤੇ ਚਲੋ ਜੀ ਪੋਲਿਟਿਕਸ ਵਿੱਚ ਆ ਜਾਈਏ। ਪੋਲਿਟਿਕਸ ਇਜ਼ ਨਾਟ ਫਿਲਮ, ਇੱਕ ਰੀਅਲ ਦੁਨੀਆ ਹੈ, ਰੀਅਲ ਵਰਲਡ ਹੈ। ਸੋ ਇਸ ਕਰਕੇ ਤੁਹਾਨੂੰ ਆਪ ਨੂੰ ਸੋਚਣਾ ਚਾਹੀਦਾ ਹੈ ਕਿ ਤੁਸੀਂ ਜੋ ਕਰ ਰਹੇ ਹੋ ਉਹਦਾ ਫਾਇਦਾ ਹੋਏਗਾ ਕਿ ਨੁਕਸਾਨ ਹੋਏਗਾ। ਸੰਜੀਵ ਜੀ, ਮੈਂ ਇੱਕ ਗੱਲ ਹੋਰ ਕਰਨਾ ਚਾਹੂੰਗੀ, ਖਾਸ ਤੌਰ ਤੇ ਮਾਲਵੇ ਦੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਜੁੜੀ ਹੋਈ। ਮਾਲਵੇ ਦੇ ਬੜੇ ਸਾਰੇ ਆਗੂ ਜਿਹੜੇ ਆ ਦੁਆਬੇ ਚ ਆ ਕੇ ਵੋਟਾਂ ਲੜਦੇ ਆ। ਕਦੇ ਕੋਈ ਦੁਆਬੀਆ ਦੇਖਿਆ ਮਾਲਵੇ ਚ ਜਾ ਕੇ ਵੋਟਾਂ ਲੜਦਾ? ਬਿਲਕੁਲ ਨਹੀਂ ਲੜਦਾ, ਕਦੇ ਨਹੀਂ। ਦੁਆਬੇ ਦੇ ਲੋਕ ਜਾਂਦੇ ਮਾਲਵੇ ਦੇ ਵਿੱਚ ਚੋਣਾਂ ਲੜਨ ਦੇ ਲਈ। ਹੁਣ ਬਰਾੜ ਹੋਣੀ ਹੈ ਜਿਹੜੇ, ਹਨਾ, ਉਹ ਪਹਿਲਾਂ BDPO ਡਿਪਾਰਟਮੈਂਟ 'ਚ ਸੀਗੇ, ਫਿਰ ਉਹਨਾਂ ਨੇ ਕੀ ਕਹਿੰਦੇ ਨੇ ਅਕਾਲੀਆਂ ਦੇ ਵੱਲੋਂ ਖੜੇ ਹੋਏ, ਫਿਰ ਅਕਾਲੀਆਂ ਦੇ ਨਾਲ ਅਣਬਣ ਹੋ ਗਈ, ਫਿਰ ਕਾਂਗਰਸ ਦੇ ਵੱਲੋਂ ਖੜੇ ਹੋ ਗਏ, ਫਿਰ ਕਾਂਗਰਸ ਨੂੰ ਛੱਡ ਕੇ ਹੁਣ ਦੁਬਾਰਾ ਅਕਾਲੀਆਂ ਦੇ ਵਿੱਚ ਆ ਗਏ। ਠੀਕ ਹੈ, ਉਹ ਛੂਛ ਭਾਟਾ ਕਰਦੇ ਪਏ, ਉਂਗਲੀ ਲਈ ਉੱਧਰ ਚਲ ਗਏ, ਉੱਧਰ ਲਈ ਉੱਧਰ ਛੂਛ ਭਾਟਾ ਚੱਲ ਰਿਹਾ। ਸੋ ਹੁਣ ਬਰਾੜ ਵਾਂਗ ਕਈ ਹੋਰ ਵੀ ਨੇ ਜਿਹੜੇ ਬਰਾੜ ਜੀ ਵਰਗੇ ਨੇ। ਕਿਉਂ ਤੁਸੀਂ ਮਾਲਵੇ ਦੇ ਵਿੱਚ ਆਪਣੀ ਜਗ੍ਹਾ ਸਥਾਪਿਤ ਨਹੀਂ ਕਰਦੇ? ਕਿਉਂ ਦੁਆਬੇ ਦੇ ਲੋਕਾਂ ਨੂੰ ਦੁਆਬੇ ਦੇ ਵਿੱਚ ਤੁਸੀਂ ਖੜੇ ਹੋਣ ਨਹੀਂ ਦਿੰਦੇ? ਹਰੇਕ ਪਾਸੇ ਦੇਖ ਲਓ, ਮਾਲਵੇ ਦੇ ਤੁਹਾਨੂੰ ਮਿਲਣਗੇ। ਮੁੱਖ ਮੰਤਰੀ ਦੁਆਬੇ ਦੇ ਸਿਰਫ ਇੱਕ ਹੋਇਆ, ਉਸ ਤੋਂ ਬਾਅਦ ਕਦੀ ਦੁਆਬੇ ਦਾ ਕੋਈ ਮੁੱਖ ਮੰਤਰੀ ਨਹੀਂ ਹੋਇਆ। ਬਿਲਕੁਲ ਸਹੀ ਹੈ ਨਾ। ਸੋ ਮਾਲਵੇ ਦੇ ਲੋਕਾਂ ਦੇ ਮਤਲਬ ਕਿ ਜਿਹੜੇ ਵਾਅਦੇ ਨੇ ਤੁਸੀਂ ਉਹਨਾਂ ਦੇ ਨਾਲ ਕਰਦੇ ਹੋ, ਜਾਂ ਮਾਲਵੇ ਦੇ ਲੋਕਾਂ ਦੀਆਂ ਜ਼ਰੂਰਤਾਂ ਆ, ਤੁਸੀਂ ਮਾਲਵੇ 'ਚ ਰਹਿ ਕੇ ਉੱਥੇ ਪੂਰੀਆਂ ਕਰੋ।
ਤੁਹਾਨੂੰ ਉੱਥੇ ਜ਼ਿਆਦਾ ਪਤਾ, ਤੁਸੀਂ ਉੱਥੇ ਜੰਮ ਪੜੋ, ਉੱਥੇ ਦੀਆਂ ਕਿਹੜੀਆਂ ਦਿੱਕਤਾਂ ਨੇ। ਕਿਉਂ ਤੁਸੀਂ ਦੁਆਬੇ ਦੇ ਵਿੱਚ ਆ ਕੇ ਰਾਜ ਕਰਦੇ ਹੋ? ਕਿਉਂ ਤੁਸੀਂ ਦੁਆਬੇ ਦੇ ਲੋਕਾਂ ਦੇ ਉੱਤੇ ਰਾਜ ਕਰਨਾ ਚਾਹੁੰਦੇ ਹੋ? ਕਿਉਂ ਤੁਸੀਂ ਦੁਆਬੇ ਦੇ ਲੋਕਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਲੈਣ ਦਿੰਦੇ? ਦੁਆਬੇ ਦੇ ਲੋਕਾਂ ਨੇ ਵੀ ਪਾਰਟੀ ਲਈ ਮਿਹਨਤ ਕੀਤੀ ਆ, ਦੁਆਬੇ ਦੇ ਲੋਕਾਂ ਨੇ ਵੀ ਖੂਨ ਪਸੀਨਾ ਵਹਾਇਆ, ਉਹਨਾਂ ਨੂੰ ਵੀ ਜ਼ਰੂਰਤ ਆ ਇਹਨਾਂ ਅਹੁਦਿਆਂ ਤੇ ਖੜੇ ਹੋਣ ਦੀ, ਚੋਣਾਂ ਲੜਨ ਦੀ, ਗਾਂਹ ਆਉਣ ਦੀ। ਸਟ੍ਰੈਟਜੀ ਹੈ ਨਾ ਕਿ ਮੈਂ ਕਿੱਥੋਂ ਜਿੱਤ ਸਕਦਾ। ਹਾਂ ਬਸ, ਕਿੱਥੋਂ ਜਿੱਤ ਸਕਦਾ। ਗੱਲ ਤਾਂ ਇੰਨੀ ਹੈ ਕਿ ਮੈਂ ਪਾਵਰ 'ਚ ਆਉਣਾ ਹੈ, ਮੈਂ ਕਿੱਥੋਂ ਜਿੱਤ ਸਕਦਾ ਹਾਂ, ਪੂਰਾ ਪਲਾਨ ਕੀਤਾ ਜਾਂਦਾ ਹੈ। ਫਿਰ ਉੱਥੋਂ ਉਹ ਇਲੈਕਸ਼ਨਸ ਲੜ ਕੇ ਪਾਵਰ 'ਚ ਆਉਂਦੇ ਨੇ। ਜੋ ਗੇਮ ਉਹਨਾਂ ਨੇ ਆਪਣੀ ਖੇਡਣੀ ਹੈ ਉਹੀ ਖੇਡਣੀ ਹੈ। ਮੁੱਕਦੀ ਗੱਲ ਇਹ ਹੈ ਕਿ ਇਹ ਲੋਕ ਆਉਂਦੇ ਕਿੱਥੋਂ ਨੇ? ਸਾਡੇ ਵਿੱਚੋਂ ਹੀ ਆਉਂਦੇ ਨੇ ਨਾ, ਕਿ ਬਾਹਰੋਂ ਤਾਂ ਆਉਂਦੇ ਨਹੀਂ, ਨਾ ਕਿਸੇ ਆਂਤਰਿਕ 'ਚੋਂ ਆਉਂਦੇ ਨੇ, ਸਾਡੇ ਵਿੱਚੋਂ ਹੀ ਉੱਠ ਕੇ ਇੱਥੇ ਆਉਂਦੇ ਨੇ। ਇਹਦਾ ਮਤਲਬ ਇਹ ਸਭ ਕਰਤੂਤਾਂ ਜਾਂ ਇਹ ਸਭ ਗਲਤੀਆਂ ਜਾਂ ਇਹ ਸਭ ਨਾ ਸਮਝੀਆਂ ਸਾਡੇ ਸਾਰਿਆਂ 'ਚ ਮੌਜੂਦ ਨੇ। ਉੱਥੇ ਆ ਕੇ ਇਹਦਾ ਹੀ ਪ੍ਰਦਰਸ਼ਨ ਹੁੰਦਾ ਹੈ। ਤੁਸੀਂ ਇਹ ਦੇਖੋ ਕਿ ਹੁਣ ਜਦੋਂ ਬਰਾੜ ਜੀ ਸ਼ਾਮਲ ਹੋਏ ਸੀ ਕਾਂਗਰਸ 'ਚ, ਸਾਰੇ ਕਾਂਗਰਸੀ ਵਰਕਰਾਂ ਦਾ ਜ਼ੋਰ ਲੱਗ ਗਿਆ ਉਹਨਾਂ ਨੂੰ ਜਿਤਾਉਣ ਦੇ ਲਈ। ਦਿਨ ਰਾਤ ਇੱਕ ਕਰਤਾ, ਲੋਕੀ ਜਲੰਧਰ ਤੋਂ ਗਏ ਨਕੋਦਰ ਉਹਨਾਂ ਨੂੰ ਜਿਤਾਉਣ ਦੇ ਲਈ। ਫਿਰ ਜਿੱਦਣ ਉਹਨਾਂ ਨੇ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਸੋਚਿਆ ਹੋਊ, ਵਿਚਾਰੇ ਉਹਨਾਂ ਲੋਕਾਂ ਤੇ ਕੀ ਬੀਤੀ ਹੋਊ ਜਿਨ੍ਹਾਂ ਨੇ ਇੰਨੇ 6-7 ਮਹੀਨੇ ਲਾਤੇ ਉਹਨਾਂ ਦੇ ਨਾਲ ਘਰ ਘਰ ਫਿਰਨ 'ਚ। ਤੁਸੀਂ ਲੋਕਾਂ ਦਾ ਵੀ ਨਹੀਂ ਸੋਚਦੇ ਜਿਹੜੇ ਤੁਹਾਡੇ ਨਾਲ ਇੰਨੀ ਮਿਹਨਤ ਕਰਦੇ ਆ, ਇੰਨੇ ਦਿਨ ਤੁਰੇ ਫਿਰਦੇ ਆ। ਸਾਰਿਆਂ ਦੀ ਗੱਲ ਕਰ ਰਹੀ ਆ, ਕਦੇ ਇੱਧਰ ਕਦੇ ਉੱਧਰ। ਸੋ ਤੁਸੀਂ ਲੋਕਾਂ ਦਾ ਤਾਂ ਸੋਚੋ ਜਿਹੜੇ ਤੁਹਾਡੇ ਨਾਲ ਖੜੇ ਹੋ ਕੇ ਅਣਖ ਦੇ ਨਾਲ ਤੁਹਾਨੂੰ ਵੋਟਾਂ ਪਾਉਂਦੇ ਆ। ਤੁਸੀਂ ਉਹਨਾਂ ਨੂੰ ਵੀ ਕਾਸੇ ਜੋਗੇ ਨਹੀਂ ਛੱਡਦੇ। ਮੈਨੂੰ ਪਤਾ ਹੈ, ਮੇਰੀ ਜਾਣਕਾਰੀ ਦੇ ਵਿੱਚ ਕਈ ਔਰਤਾਂ ਇਦਾਂ ਦੀਆਂ ਮਿਲੀਆਂ ਮੈਨੂੰ ਜਿਹੜੀਆਂ ਨੇ ਇਸ ਗੱਲ ਦੇ ਉੱਤੇ ਇੰਨੇ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਅਸੀਂ ਤਾਂ ਭਰਾਵਾ ਇੰਨਾ ਚਿਰ ਇਹਨਾਂ ਦੇ ਨਾਲ ਫਿਰਦੇ ਰਹੇ ਵੋਟਾਂ 'ਚ, ਇਹਨਾਂ ਨੇ ਸਾਨੂੰ ਪੁੱਛਿਆ ਵੀ ਨਹੀਂ ਪਾਰਟੀ ਬਦਲਣ ਲੱਗਿਆ। ਤੁਸੀਂ ਇੱਕ ਗੱਲ ਦੇਖੋ, ਜਿਹੜਾ ਬੰਦਾ ਵੱਡੇ ਅਹੁਦੇ ਤੇ ਪਹੁੰਚ ਗਿਆ ਉਹਨੂੰ ਯਾਦ ਹੈ ਕਿ ਜਦੋਂ ਉਹਨੇ ਇਲੈਕਸ਼ਨਸ ਲੜੀਆਂ ਸੀ, ਕਿਹੜੇ ਉਹ ਵਰਕਰ ਸੀ ਜਿਹੜੇ ਕੰਧਾਂ ਤੇ ਜਾ ਕੇ ਪੋਸਟਰ ਲਾਉਂਦੇ ਰਹੇ? ਹਾਏ ਸੱਚੀ ਨਹੀਂ ਯਾਦ ਉਹਨੂੰ। ਉਹ ਰੱਖੇ ਇਸ ਕੰਮ ਵਾਸਤੇ ਹੋਏ ਨੇ। ਮਤਲਬ ਉਹਨਾਂ ਦੀ ਔਕਾਤ ਹੀ ਇਹ ਹੈ ਕਿ ਤੁਸੀਂ ਪੋਸਟਰ ਲਾਉਂਦੇ ਲਾਉਂਦੇ ਮਰ ਜਾਣਾ, ਹੋਰ ਤੁਹਾਨੂੰ ਕੱਖ ਨਹੀਂ ਅਸੀਂ ਦੇਣਾ, ਅਸੀਂ ਹਕੂਮਤ 'ਚ ਕਰਾਂਗੇ, ਬੈਠਾਂਗੇ, ਤੁਸੀਂ ਸਾਡੇ ਪਿਆਦੇ ਬਣ ਕੇ ਹੀ ਰਹਿਣਾ। ਕਵਾਂਗੇ ਉੱਥੇ ਖੜੇ ਹੋ ਜਾਓ ਤਾਂ ਉੱਥੇ ਖੜੇ ਹੋ ਜਾਓ, ਉੱਥੇ ਖੜੇ ਹੋ ਜਾਓ ਤੇ ਉੱਥੇ ਖੜੇ ਹੋ ਜਾਓ। ਕਿੰਨੇ ਕੁ ਲੋਕ ਨੇ ਜੋ ਉਹਨਾਂ ਦੀ ਇੱਜ਼ਤ ਕਰਦੇ ਨੇ। ਕਹਿੰਦੇ ਨੇ ਕਿ ਇਨਸਾਨ ਦਾ ਚਰਿੱਤਰ ਉੱਥੋਂ ਪਛਾਣਿਆ ਜਾਂਦਾ ਹੈ ਕਿ ਉਹ ਜਿਹੜਾ ਬੰਦਾ ਕਿਸੇ ਮਤਲਬ ਕਹਿ ਸਕਦੇ ਆ ਅਹੁਦੇ ਤੇ ਨਹੀਂ ਹੈਗਾ, ਉਹਦੀ ਕੋਈ ਪੋਜੀਸ਼ਨ ਨਹੀਂ, ਉਹਦਾ ਕੋਈ ਸਟੇਟਸ ਨਹੀਂ, ਉਹਨੂੰ ਇੱਜ਼ਤ ਦਿੰਦਾ ਹੈ। ਜਿਹੜਾ ਸਭ ਤੋਂ ਨੀਵਾਂ ਬੈਠਾ ਹੈ ਨਾ, ਲਾਸਟ ਪਰਸਨ ਹੈ, ਉਹਨੂੰ ਇੱਜ਼ਤ ਦਿੰਦਾ ਹੈ। ਇਹਨਾਂ ਨੂੰ ਨਹੀਂ ਪਤਾ। ਇਹ ਆਪਣੀਆਂ ਪਾਰਟੀਆਂ 'ਚ ਉਹ ਜੀ ਤੁਸੀਂ ਬਣ ਗਏ ਜੀ, ਆਓ ਜੀ ਸ਼ਾਮ ਨੂੰ ਪਾਰਟੀ, ਉਹ ਜੀ ਤੁਸੀਂ ਬਣ ਗਏ ਜੀ, ਬੱਲੇ ਬੱਲੇ ਜੀ ਹੁਣ ਤਾਂ ਸਾਡਾ ਆਪਣਾ ਬੰਦਾ ਹੋ ਗਿਆ, ਸਾਡੇ ਕੰਮ ਕਿਵੇਂ ਨਹੀਂ ਹੋਣਗੇ। ਉਹ ਵਿਚਾਰਾ ਪੋਸਟਰ ਲਾਉਣ ਤੇ ਬੈਠਾ ਹੋਇਆ ਹੈ। ਕਿਸੇ ਨੇ ਨਹੀਂ ਪੁੱਛਣਾ ਤੇਰੇ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ, ਤੇਰੇ ਬੱਚਿਆਂ ਨੇ ਰੋਟੀ ਖਾਧੀ ਕਿ ਨਹੀਂ ਖਾਧੀ, ਤੂੰ ਖਾਧੀ ਕਿ ਨਹੀਂ ਖਾਧੀ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਨੇ। ਤਾਂ ਤੁਸੀਂ ਆਪ ਸਮਝੋ ਜਿਹੜੇ ਲੋਕਾਂ ਦਾ ਇਹ ਚਰਿੱਤਰ ਹੈ ਕਿ ਉਹਨਾਂ ਲੋਕਾਂ ਨੂੰ ਨਹੀਂ ਪੁੱਛ ਰਹੇ ਜਿਹੜੇ ਉਹਨਾਂ ਵਾਸਤੇ ਕੰਮ ਕਰ ਰਹੇ ਨੇ, ਤਾਂ ਬਾਕੀ ਦੇਸ਼ ਵਾਸੀਆਂ ਨੇ ਤਾਂ ਕੀ ਸੋਚਣਗੇ? ਦੇਸ਼ ਵਾਸੀ ਨੇ ਤਾਂ ਉਹਨਾਂ ਵਾਸਤੇ ਕੁਝ ਕੀਤਾ ਹੀ ਨਹੀਂ, ਸਿਰਫ ਵੋਟ ਹੀ ਪਾਈ ਹੈ ਨਾ। ਉਹਨਾਂ ਦੀ ਕੀ ਪਰਵਾਹ ਹੈ? ਇਹ ਤਮਾਸ਼ਾ ਹੈ, ਡਰਾਮਾ ਹੈ। ਬਹੁਤ ਘੱਟ ਲੋਕ ਨੇ ਜੋ ਸੀਰੀਅਸ ਨੇ ਇਸ ਗੱਲ ਨੂੰ ਲੈ ਕੇ ਕਿ ਮੇਰਾ ਦੇਸ਼ ਹੈ, ਮੇਰੇ ਦੇਸ਼ ਦੇ ਨਾਗਰਿਕ ਨੇ। ਬਾਕੀ ਤੇ ਪਾਵਰ ਗੇਮ ਹੈ, ਪਾਵਰ ਗੇਮ ਖੇਡਣਾ ਜਾਣਦੇ ਨੇ ਔਰ ਆਪਣੇ ਤੇ ਆਪਣੇ ਪਰਿਵਾਰ ਬਾਰੇ ਤੇ ਆਪਣੇ ਜਿਹੜੇ ਸਾਰੇ ਸਪਾਂਸਰਸ ਨੇ, ਚਾਹੇ ਉਹ ਰਿਸ਼ਤੇਦਾਰ ਨੇ, ਚਾਹੇ ਫਰੈਂਡ ਸਰਕਲ ਹੈ, ਚਾਹੇ ਉਹ ਕੋਈ ਹੋਰ ਬਿਜ਼ਨਸਮੈਨ ਹੈ, ਉਹਨਾਂ ਬਾਰੇ ਹੀ ਇਹਨਾਂ ਨੇ ਸੋਚਣਾ ਹੈ। ਬਿਲਕੁਲ, ਅਸੀਂ ਵੀ ਜ਼ਰੂਰ ਸੋਚਾਂਗੇ, ਤੁਸੀਂ ਵੀ ਜ਼ਰੂਰ ਸੋਚਿਓ ਕਿ ਆਪਣੇ ਨੁਮਾਇੰਦੇ ਲਿਆਉਣ ਦੇ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਇਨਸਾਨੀਅਤ ਦੇ ਨਾਮ ਤੇ, ਸੈਲੀਬ੍ਰਿਟੀਜ਼ ਦੇ ਚਰਚਾਵਾਂ ਤੋਂ ਉੱਪਰ ਉੱਠ ਕੇ ਆਪਾਂ ਵੋਟ ਕਰਨੀ ਹੈ। ਸੋ ਚੋਣ ਕਮਿਸ਼ਨ ਵੀ ਪੂਰੀ ਤਰੀਕੇ ਦੇ ਨਾਲ ਤਿਆਰ ਹੈ। ਹੌਲੀ ਹੌਲੀ ਸਰਗਰਮੀਆਂ ਵੱਧ ਰਹੀਆਂ ਨੇ, ਜਿਹੜੀਆਂ ਖਬਰਾਂ ਆਈ ਜਾਣਗੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਪਰ ਫਿਲਹਾਲ ਸਾਨੂੰ ਪ੍ਰੋਗਰਾਮ ਕਰੰਟ ਨਿਊਜ਼ ਐਂਡ ਵਿਊਜ਼ ਨੂੰ ਇੱਥੇ ਖਤਮ ਕਰਨ ਦੀ ਦਿਓ ਆਗਿਆ। ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਜਾਂਦੇ ਜਾਂਦੇ ਕਿ ਰਾਜਨੀਤੀ ਜੋ ਹੈ ਨਾ, ਸੇਵਾ ਹੈ, ਤਪੱਸਿਆ ਹੈ, ਇਹ ਕੋਈ ਧੰਦਾ ਨਹੀਂ ਹੈ। ਇਸ ਗੱਲ ਨੂੰ ਚੇਤੇ ਰੱਖ ਕੇ ਹੀ ਤੁਸੀਂ ਇਸ ਫੀਲਡ ਵਿੱਚ ਆਓ, ਤਾਂ ਹੀ ਤੁਸੀਂ ਸਾਰਿਆਂ ਦੇ ਸੁੱਖ ਦਾ ਵਸੀਲਾ ਕਰ ਸਕਦੇ ਹੋ, ਸਾਰਿਆਂ ਨੂੰ ਸੁਖੀ ਕਰ ਸਕਦੇ ਹੋ। ਤੇ ਹੁਣ ਮੈਂ ਲੈ ਲਾਂ ਆਗਿਆ? ਬਿਲਕੁਲ ਲਓ ਜੀ, ਆਗਿਆ ਲਓ। ਸਾਨੂੰ ਦਿਓ ਆਗਿਆ। ਸ਼ੁਕਰੀਆ ਜੀ।